अच्छा जी, ਅੱਜ ਜਿਹੜਾ ਨਾ ਅਸੀਂ ਇਹ ਕਰਨਾ ਅੱਜ ਬਹੁਤ ਬੇਸਿਕ ਹੋਰ ਗੱਲਾਂ ਕਰਨੀਆਂ ਨੇ। ਇਹ ਜਿਹੜਾ ਸਾਰਾ ਥੀਸਿਸ ਜਾਂ ਜਿਹੜਾ ਸਾਰਾ ਅਸੀਂ ਤੁਸੀਂ ਜਿਹੜੀ ਬਿਲਡ ਕਰ ਰਹੇ ਆ ਉਹਦੇ ਵਿੱਚ ਇੱਕ ਬਹੁਤ ਹੀ ਮੁੱਢਲੀ ਕੰਟਰਾਡਿਕਸ਼ਨ ਸੀ ਜਿਹੜੀ ਮੇਰੇ ਕੋਲੋਂ ਹੱਲ ਨਹੀਂ ਸੀ ਹੋ ਰਹੀ ਔਰ ਉਹ ਮੈਨੂੰ ਬਹੁਤ ਬਾਦਰ ਕਰ ਰਹੀ ਸੀ। ਤੇ ਅੱਜ ਮੇਰਾ ਖਿਆਲ ਹੈ ਕਿ ਮੈਂ ਉਹ ਕੰਟਰਾਡਿਕਸ਼ਨ ਜਿਹੜੀ ਹੈ ਉਹ ਹੱਲ ਕਰ ਲਈ ਹੈ ਤੇ ਮੈਂ ਉਹਦੇ ਉੱਤੇ ਲਿਖ ਕੇ ਲਿਆਇਆ ਕਿ ਜਿਹੜਾ ਲਿਖਿਆ ਹੋਇਆ ਹੈ ਇਹ ਬਹੁਤ ਹੀ ਰਫ ਡਰਾਫਟ ਹੈ ਤੇ ਇਹਨੂੰ ਮੈਂ ਦੂਜੀ ਵਾਰੀ ਵੀ ਨਹੀਂ ਪੜ੍ਹਿਆ ਤੇ ਮੈਂ ਪੜ੍ਹ ਦਿਆਂਗਾ ਤੇ ਫਿਰ ਉਹਦੇ ਤੇ ਡਿਸਕਸ਼ਨ ਅਸੀਂ ਕਰ ਲਵਾਂਗੇ। ਜਿਹੜੀ ਮੁੱਢਲੀ ਮੇਰੀ ਕੰਟਰਾਡਿਕਸ਼ਨ ਸੀ ਨਾ ਉਹ ਇਹ ਸੀ ਕਿ ਅਸੀਂ ਇਹ ਕਹਿ ਰਹੇ ਸਾਂ ਕਿ ਹੜੱਪੇ ਦੀ ਸਿਵਲਾਈਜੇਸ਼ਨ ਦੀ ਐਕਸਟੈਂਸ਼ਨ ਬੁੱਧ ਮੱਤ ਤੇ ਜੀਨ ਮੱਤ ਦੇ ਵਿੱਚ ਹੋਈ, ਲੇਕਿਨ ਅਸੀਂ ਇਹ ਵੀ ਵੇਖਨੇ ਆ ਕਿ ਜਿਹੜੇ ਪਹਿਲੀ ਸ਼ਾਹੀ ਵੱਡੀ ਬਣੀ, ਬਾਦਸ਼ਾਹੀ ਬਣੀ, ਅੰਪਾਇਰ ਬਣੀ, ਯਾਨੀ ਮੌਰੀਆ ਵਾਲਿਆਂ ਦੀ, ਮੌਰੀਆ ਜੀ, ਤੇ ਮੌਰੀਆ ਜਿਹੜੇ ਨੇ ਉਹ ਤੇ ਲੱਗਦਾ ਹੈ ਕਿ ਉਹ ਉਹਨਾਂ ਦੀਆਂ ਸ਼ਕਲਾਂ ਵਗੈਰਾ ਤੋਂ ਲੱਗਦਾ ਹੈ ਕਿ ਆਰੀਆ ਨਸਲ ਦੇ ਸਨ। ਤੇ ਇਸੇ ਤਰ੍ਹਾਂ ਖੁਦ ਬੁੱਧ ਜਿਹੜਾ ਹੈ ਉਹਦੇ ਉਹਦੇ ਨੈਣ ਨਕਸ਼ਾਂ ਤੋਂ ਲੱਗਦਾ ਹੈ ਕਿ ਜਿਵੇਂ ਹਾਂਜੀ ਠੀਕ ਹੈ ਜੀ, ਠੀਕ ਹੈ ਜੀ, ਠੀਕ ਆ, ਉਹਨਾਂ ਦੀ ਨੈਣ ਨਕਸ਼ਾਂ ਤੋਂ ਲੱਗਦਾ ਹੈ ਕਿ ਉਹ ਵੀ ਹੜੱਪਾ ਦੇ ਜਿਹੜੇ ਮੁਕਾਮੀ ਲੋਕ ਨੇ ਉਹਨਾਂ ਦੀ ਨਕਸ਼ ਅੰਗ ਉਹਨਾਂ ਦੇ ਨਹੀਂ ਹੈਗੇ। ਸੋ ਸਵਾਲ ਇਹ ਹੈਗਾ ਸੀ ਕਿ ਬਈ ਪਹਿਲੇ ਤੇ ਅਸੀਂ ਇਹ ਜ਼ੇਨ ਦੇ ਕਿਸੇ ਹਿੱਸੇ 'ਚ ਇਹ ਫਰਜ਼ ਕਰ ਰਹੇ ਸਨ ਕਿ ਹੜੱਪਾ ਦੀ ਜਿਹੜੀ ਸਿਵਲਾਈਜੇਸ਼ਨ ਹੈ ਉਹ ਚੱਲਦੀ ਰਹੀ ਔਰ ਲੇਕਿਨ ਉਹਦੇ ਜਿਹੜੀ ਇੰਪਲਾਈਡ ਅਜ਼ੰਪਸ਼ਨ ਸੀ ਉਹ ਇਹ ਸੀ ਕਿ ਇਹ ਹੜੱਪਾ ਦੇ ਲੋਕ ਹੀ ਸਨ ਜਿਨ੍ਹਾਂ ਨੇ ਹੜੱਪਾ ਦੀ ਤਹਿਜ਼ੀਬ ਜਾਂ ਸਿਵਲਾਈਜੇਸ਼ਨ ਨੂੰ ਕਾਇਮ ਰੱਖਿਆ। ਲੇਕਿਨ ਮੇਰਾ ਖਿਆਲ ਹੈ ਕਿ ਇੰਜ ਨਹੀਂ ਹੋਇਆ, ਬਲਕਿ ਇੰਜ ਹੋਇਆ ਕਿ ਜਿਹੜੇ ਆਰੀਆਵਾਂ ਦਾ ਜਿਹੜਾ ਆਰੀਆ ਜਿਸ ਹਾਲਤ 'ਚ ਆਏ ਸਨ ਉਹਦੇ ਵਿੱਚ ਵੀ ਬਹੁਤ ਬਦਲੀਆਂ ਆਈਆਂ ਤੇ ਉਹਨਾਂ ਨੇ ਵੀ ਹੜੱਪੇ, ਉਹਨਾਂ ਦੇ ਵੀ ਵੱਡਿਆਂ ਮਤਲਬ ਹਿੱਸਿਆਂ, ਬਹੁਤ ਸਾਰੇ ਹਿੱਸਿਆਂ ਨੇ ਜਿਹੜੀ ਹੜੱਪੇ ਦੀ ਸਿਵਲਾਈਜੇਸ਼ਨ ਸੀ ਉਹਦੀ ਜਿਹੜੀ ਵਿਚਾਰਧਾਰਾ ਸੀ ਉਹਨੂੰ ਅਪਣਾਇਆ। ਮੈਂ ਹੁਣ ਜਿਹੜਾ ਨਾ ਉਹ ਇਹ ਕਰਨਾ ਹੈ ਕਿ ਮੈਂ ਤੁਹਾਡੇ ਸਾਹਮਣੇ ਪੜ੍ਹ ਦਿੰਦਾ ਜੋ ਮੈਂ ਲਿਖਿਆ ਹੈ, ਉਹ ਤੁਸੀਂ ਫਿਰ ਉਹਦੇ ਤੇ ਗੱਲ ਕਰ ਲੈਣਾ। ਅੱਛਾ ਜੀ, ਹੜੱਪੇ ਦੀ ਰਹਿਤਲ ਵਿੱਚ ਯਾਨੀ ਸਿਵਲਾਈਜੇਸ਼ਨ ਵਿੱਚ ਆਰੀਆਵਾਂ ਦੇ ਆਉਣ ਨਾਲ ਸਮਾਜੀ ਵਿਧਾ ਦਾ ਰਸਤਾ ਕੁਝ ਹੋਰਵਾਂ ਹੋ ਗਿਆ। ਆਰੀਆਵਾਂ ਤੇ ਮਲੋਹੀਆਂ ਯਾਨੀ ਹੜੱਪੇ ਦੇ ਲੋਕਾਂ ਦੇ ਟਾਕਰੇ ਤੇ ਮੇਲ ਮਿਲਾਪ ਨਾਲ ਜੋ ਸ਼ਕਲ ਸਾਹਮਣੇ ਆਈ ਉਸ ਨੂੰ ਵੇਖਣਾ ਬਹੁਤ ਜ਼ਰੂਰੀ ਹੈ। ਵਿਚਾਰਧਾਰਾ ਦੇ ਪੱਖ ਤੋਂ ਮਲੋਹੀ ਭਾਟ ਯਾਨੀ ਮਤਲਬ ਜਿਨ੍ਹਾਂ ਨੂੰ ਅਸੀਂ ਮੁਰਾਸੀ ਕਹਿੰਦੇ ਆ, ਮਲੋਹੀ ਭਾਟ ਹੀ ਹਮਦਾਂ ਲਿਖਣ ਤੇ ਗਾਉਣ ਵਾਲੇ ਬਣ ਗਏ। ਮਤਲਬ ਇਹ ਹੈ ਕਿ ਜਿਹੜੀ ਮਹਾਭਾਰਤ ਹੈ ਔਰ ਜਿਹੜੇ ਵੇਦ ਨੇ ਉਹਨਾਂ ਵਿੱਚ ਬਹੁਤ ਜਿਹੜਾ ਜਿਵੇਂ ਡੀ ਕੁਸਾਂਬੀ ਕਹਿੰਦਾ ਹੈ ਕਿ ਉਹਨਾਂ ਵਿੱਚ ਬਹੁਤ ਸਾਰਾ ਹਿੱਸਾ ਜਿਹੜਾ ਹੈ ਉਹ ਮੁਕਾਮੀ ਭਾਟਾਂ ਦਾ ਸੀ, ਕਿਉਂਕਿ ਉਹੀ ਗਾਉਂਦੇ ਸਨ ਤੇ ਉਹੀ ਜਿਹੜਾ ਹੈ ਉਹ ਆਪੇ ਲਿਖਦੇ ਸਨ ਤੇ ਆਪੇ ਗਾਉਂਦੇ ਸਨ। ਆਰੀਆਵਾਂ ਦਾ ਸਾਂਝਾ ਕਬਾਇਲੀ ਨਿਜ਼ਾਮ ਟੁੱਟਣ ਨਾਲ ਉਹਨਾਂ ਦੇ ਵੀ ਵੱਡੇ ਦੋ ਹਿੱਸੇ ਹੋ ਗਏ, ਜਿਹਦੇ ਵਿੱਚੋਂ ਬਹੁਤ ਸਾਰੇ ਥੱਲੜੇ ਤਬਕਿਆਂ ਵਿੱਚ ਧੱਕੇ ਗਏ। ਇਹਨਾਂ ਥੱਲੜੇ ਧੱਕੇ ਆਰੀਆਵਾਂ ਨੇ ਉਹ ਪੇਸ਼ੇ ਵੀ ਸਿੱਖ ਲਏ ਜਿਹੜੇ ਪਹਿਲਾਂ ਸਿਰਫ ਹੜੱਪੀ ਲੋਕਾਂ ਦੇ ਹੱਥ ਵਿੱਚ ਸਨ। ਇਸ ਤਰ੍ਹਾਂ ਦੇ ਮੇਲ ਜੋਲ ਨਾਲ ਜਿਹੜੇ ਮੁੱਢਲੇ ਫਰਕ ਪਏ ਉਹਨਾਂ ਵਿੱਚ ਕੁਝ ਇੰਜ ਹਨ। ਨੰਬਰ 1,
ਸੰਸਕ੍ਰਿਤ ਜ਼ਬਾਨ ਵਿੱਚ ਮਲੋਹੀ ਜ਼ਬਾਨ ਦੇ ਲਫ਼ਜ਼ ਬੜੀ ਵੱਡੀ ਪੱਧਰ ਤੇ ਸ਼ਾਮਲ ਹੋ ਗਏ, ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਜਿਹੜੀ ਸੰਸਕ੍ਰਿਤ ਦੇ ਵਿੱਚ ਜਿਹੜੇ ਲਫ਼ਜ਼ ਆਏ ਇਹ ਥੱਲੜੇ ਯਾਨੀ ਥੱਲੜੇ ਤਬਕਿਆਂ ਦੀ ਮੇਲ ਮਿਲਾਪ ਨਾਲ ਆਏ ਨੇ। ਨੰਬਰ 2, ਆਰੀਆਵਾਂ ਦੇ ਨਵੇਂ ਉੱਭਰਦੇ ਯਾਨੀ ਅਮਰਜਿੰਗ ਤਬਕਿਆਂ ਹੜੱਪਿਆਂ ਦੀ ਵਿਚਾਰਧਾਰਾ ਮੰਨ ਲਈ ਜਾਂ ਉਸ ਨੂੰ ਹੀ ਵਰਤਣਾ ਸ਼ੁਰੂ ਕੀਤਾ। ਇਹੋ ਹੀ ਵਜ੍ਹਾ ਹੈ ਜੋ ਪਹਿਲੀ ਸ਼ਾਹੀ ਮੌਰੀਆ ਦੇ ਆਗੂ ਯਾਨੀ ਲੀਡਰ ਤੇ ਆਰੀਆ ਨਸਲ ਦੇ ਲੱਗਦੇ ਹਨ, ਪਰ ਉਹਨਾਂ ਦਾ ਜੀਨ ਮਤ ਤੇ ਬੁੱਧ ਮਤ ਦੀ ਮਾਨਤਾ ਕਰਨ ਦਾ ਮਤਲਬ ਹੈ ਜੋ ਉਹਨਾਂ ਮਲੋਹੀ ਵਿਚਾਰਧਾਰਾ ਨਾਲ ਸੰਗ ਜੋੜ ਲਿਆ ਸੀ। ਨੰਬਰ 3, ਕਈਆਂ ਪੱਧਰਾਂ ਤੇ ਆਰੀਆਵਾਂ ਤੇ ਮਲੋਹੀਆਂ ਦੀ ਸਾਂਝੀ ਵਿਚਾਰਧਾਰਾ ਜ਼ਾਹਰ ਹੋਣ ਲੱਗ ਪਈ ਸੀ। ਉਸ ਦਾ ਸਭ ਤੋਂ ਵੱਡਾ ਨਿਸ਼ਾਨ ਕ੍ਰਿਸ਼ਨ ਹੈ, ਜਿਹੜਾ ਰੰਗ ਦਾ ਸਾਂਵਲਾ ਹੈ ਪਰ ਚਾਰ ਦਾ ਗਾਵਾਂ ਹੈ। ਸਾਂਵਲਾ ਰੰਗ ਮਲੋਹੀਆਂ ਦਾ ਤੇ ਗਾਵਾਂ ਚਾਰਨ ਆਰੀਆਵਾਂ ਦੀ। ਆਰੀਆਂ ਵਿੱਚ ਬਦਲੀ ਦਾ ਪਤਾ ਇਸ ਤੋਂ ਵੀ ਲੱਗਦਾ ਹੈ ਜੋ ਸਿਕੰਦਰ ਦਾ ਕਹਿਣਾ ਹੈ, ਜੋ ਉਸ ਦੇ ਪੰਜਾਬ ਆਉਣ ਵੇਲੇ ਪੰਜਾਬ ਵਿੱਚੋਂ ਇੰਦਰ ਦੀ ਪੂਜਾ ਮੁੱਕ ਚੁੱਕੀ ਸੀ ਤੇ ਕ੍ਰਿਸ਼ਨ ਦੀ ਮਾਨਤਾ ਬਹੁਤ ਵਧੇਰੀ ਸੀ। ਫਿਰ ਇਹ ਵੀ ਹੈ ਜੋ ਕ੍ਰਿਸ਼ਨ ਦੇ ਭਰਾ ਬਾਲਾ ਦੀ ਪੰਜਾਬ ਵਿੱਚ ਬਹੁਤ ਮਾਨਤਾ ਸੀ। ਬਾਲਾ ਦਾ ਨਿਸ਼ਾਨ ਹਲ ਸੀ ਤੇ ਇਹ ਮਲੋਹੀਆਂ ਵੱਲੋਂ ਹੀ ਆਇਆ ਹੋਵੇਗਾ। ਲੱਗਦਾ ਹੈ ਜੋ ਜਦ ਹੁਣ ਅਗਲਾ ਹਿੱਸਾ ਸ਼ੁਰੂ ਹੁੰਦਾ ਹੈ, ਲੱਗਦਾ ਹੈ ਜੋ ਜਦ ਆਰੀਆ ਵੀ ਪੰਜਾਬ ਆਏ ਤੇ ਉਹ ਸਾਂਝ ਵਾਲੇ ਕਬਾਇਲੀ ਨਿਜ਼ਾਮ ਵਿੱਚ ਰਹਿੰਦੇ ਸਨ। ਇੰਜ ਤੇ ਕਿਹਾ ਜਾਂਦਾ ਹੈ ਜੋ ਉਹਨਾਂ ਦੀ ਸਭ ਤੋਂ ਪਹਿਲੀ ਮਜ਼ਹਬੀ ਪੁਸਤਕ ਰਿਗਵੇਦ ਵੀ ਪੰਜਾਬ ਵਿੱਚ ਲਿਖੀ ਗਈ ਸੀ, ਪਰ ਜੇ ਇਹ ਨਾ ਵੀ ਹੋਵੇ ਤੇ ਇਹ ਪੱਕੀ ਗੱਲ ਹੈ ਜੋ ਉਹਨਾਂ ਦਾ ਬਹੁਤ ਲੰਮਾ ਪਹਿਲਾ ਜ਼ਮਾਨਾ ਪੰਜਾਬ ਵਿੱਚ ਹੀ ਲੰਘਿਆ ਸੀ। ਉਹ ਸ਼ੁਰੂ ਵਿੱਚ ਸਿਰਫ ਪਸ਼ੂ ਪਾਲਦੇ ਸਨ ਤੇ ਉਸੇ ਨੂੰ ਹੀ ਆਪਣੀ ਦੌਲਤ ਮੰਨਦੇ ਸਨ। ਇਸੇ ਪਾਰੋਂ ਅੱਜ ਵੀ ਟੱਬਰ ਦੇ ਪਸ਼ੂਆਂ ਲਈ ਯਾਨੀ ਡੰਗਰਾਂ ਲਈ ਮਾਲ ਦਾ ਲਫ਼ਜ਼ ਵਰਤਿਆ ਜਾਂਦਾ ਹੈ। ਇਹ ਵੀ ਪਤਾ ਲੱਗਦਾ ਹੈ ਜੋ ਆਰੀਆਵਾਂ ਦੇ ਪਹਿਲਾਂ ਆਉਣ ਵਾਲੇ ਕਬੀਲਿਆਂ ਦੇ ਲੋਕ ਯਾਨੀ ਜਿਹੜੇ ਪਹਿਲੇ ਆਰੀਆ ਹੈ ਉਹਨਾਂ ਦੇ ਲੋਕ ਮੁਕਾਮੀ ਹੜੱਪਿਆਂ ਦੇ ਬਹੁਤ ਨੇੜੇ ਹੋ ਚੁੱਕੇ ਸਨ ਤੇ ਨਵੇਂ ਆਉਣ ਵਾਲੇ ਉਹਨਾਂ ਦੇ ਨਾਲ ਵੀ ਕ੍ਰੋਧ ਕਰਦੇ ਸਨ। ਇਹਦੀ ਮੈਂ ਰੈਫਰੈਂਸਿਸ ਵੀ ਦਿੱਤੇ ਨੇ ਆਪਣੀ ਹਿਸਟਰੀ ਵਾਲੀ ਕਿਤਾਬ 'ਚ। ਕਬਾਇਲੀ ਪੱਧਰ ਤੇ ਰਹਿਣ ਵਾਲੇ ਆਰੀਆ ਦੇਵਤਾਵਾਂ ਨੂੰ ਮੰਨਦੇ ਸਨ, ਜਿਨ੍ਹਾਂ ਵਿੱਚ ਇੰਦਰ ਅਗਨੀ ਦਾ ਬਹੁਤਾ ਨਾਂ ਲਿਆ ਜਾਂਦਾ ਸੀ। ਇਹਨਾਂ ਵਿੱਚੋਂ ਇੰਦਰ ਦੀ ਸਭ ਤੋਂ ਵੱਧ ਪੂਜਾ ਹੁੰਦੀ ਸੀ। ਇੰਦਰ ਜੰਗਬਾਜ਼, ਸ਼ਰਾਬੀ ਤੇ ਮੌਜ ਮੇਲਾ ਕਰਨ ਵਾਲਾ ਵਿਖਾਇਆ ਜਾਂਦਾ ਹੈ। ਇੰਦਰ ਦੀ ਸਭ ਤੋਂ ਵੱਡੀ ਸ਼ੋਭਾ ਇਹ ਕੀਤੀ ਜਾਂਦੀ ਹੈ ਜੋ ਉਹ ਦੁਸ਼ਮਣਾਂ ਨੂੰ ਮੁਕਾਉਂਦਾ ਤੇ ਉਹਨਾਂ ਕੋਲੋਂ ਲੁੱਟਮਾਰ ਕਰਕੇ ਕਬੀਲਿਆਂ ਦੀ ਦੌਲਤ ਵਧਾਉਂਦਾ ਹੈ। ਮੈਕਸ ਮੁਲਰ ਨੇ ਇੱਥੋਂ ਜ਼ਿਕਰ ਕਿਹਾ ਹੈ ਜੋ ਹੜੱਪੇ ਵਸੇਬ ਦੀ ਬਰਬਾਦੀ ਇੰਦਰ ਹੱਥੋਂ ਹੋਈ ਸੀ, ਪਰ ਹੁਣ ਇਹ ਨਜ਼ਰੀਆ ਮੰਨਿਆ ਨਹੀਂ ਜਾਂਦਾ। ਆਰੀਆ ਦੇਵਤਾਵਾਂ ਦੀ ਮਾਨਤਾ ਕਰਦੇ ਸਨ, ਪਰ ਉਹਨਾਂ ਦੀਆਂ ਦੁਆਵਾਂ ਵਿੱਚ ਕੀਤੀਆਂ ਜਾਣ ਵਾਲੀਆਂ ਬੇਨਤੀਆਂ ਦੌਲਤ ਤੇ ਔਲਾਦ ਲਈ ਸਨ। ਇੱਕ ਹੋਰ ਜ਼ਰੂਰੀ ਪੱਖ ਇਹ ਹੈ ਜੋ ਆਰੀਆਵਾਂ ਦੇ ਦੇਵਤਾ ਅਜੇ ਆਮ ਇਨਸਾਨਾਂ ਵਾਂਗ ਹੀ ਸਨ ਤੇ ਉਹਨਾਂ ਨੇ ਉਹ ਖਿਆਲੀ ਨਕਸ਼ੇ ਨਹੀਂ ਘੜੇ ਸਨ ਜਿਹੜੇ ਬਾਅਦ ਵਿੱਚ ਬ੍ਰਾਹਮਣਵਾਦ ਦਾ ਮੁੱਢ ਬਣੇ। ਇੱਥੇ ਇਹ ਗੱਲ ਉਤਾਰਨੀ ਜ਼ਰੂਰੀ ਹੈ ਜੋ ਆਰੀਆਵਾਂ ਦੀ ਰਹਿਤਲ ਤੇ ਵਿਚਾਰਧਾਰਾ ਦਾ ਵਿਕਾਸ ਸਿੱਧਾ ਸਾਵਾਂ ਨਹੀਂ ਹੋਇਆ ਹੋਵੇਗਾ। ਬਾਕੀਆਂ ਬਹੁਤੀਆਂ ਥਾਵਾਂ ਤੇ ਇਹ ਇੱਕ ਬਹੁਤ ਇੰਪੋਰਟੈਂਟ ਪੁਆਇੰਟ ਹੈ, ਇੱਥੇ ਤੁਸੀਂ ਗੌਰ ਕਰਿਓ। ਬਾਕੀਆਂ ਬਹੁਤੀਆਂ ਥਾਵਾਂ ਤੇ ਮਰਦ ਤੇ ਜ਼ਨਾਨੀਆਂ ਇੱਕ ਹੀ ਲੜੀ ਤੋਂ ਯਾਨੀ ਇੱਕ ਹੀ ਜੈਨੇਟਿਕ ਸਟਾਕ ਤੋਂ ਆਈਆਂ ਸਨ, ਪਰ ਪੰਜਾਬ ਵਿੱਚ ਆਰੀਆ ਮਰਦਾਂ ਦੇ ਟੋਲਿਆਂ ਵਿੱਚ ਹੀ ਆਏ ਸਨ। ਉਹਨਾਂ ਧਾੜਿਆਂ ਨਾਲ ਮੁਕਾਮੀ ਔਰਤਾਂ ਚੁੱਕ ਕੇ ਘਰ ਵਸਾਏ ਸਨ। ਇਸ ਦਾ ਨਤੀਜਾ ਇਹ ਹੋਇਆ ਹੋਵੇਗਾ ਜੋ ਦੂਜੀਆਂ ਥਾਵਾਂ ਦੇ ਕਬੀਲਿਆਂ ਦੇ ਉਲਟ ਪੰਜਾਬ ਦੇ ਆਰੀਆ ਜ਼ਨਾਨੀਆਂ ਨੂੰ ਬਹੁਤ ਘਟੀਆ ਮੰਨਦੇ ਹੋਣਗੇ। ਸ਼ਾਇਦ ਇਹੋ ਕਾਰਨ ਹੈ ਜੋ ਹਿੰਦੁਸਤਾਨ ਵਿੱਚ ਔਰਤਾਂ ਦੇ ਖਿਲਾਫ ਬਣਨ ਵਾਲੇ ਕਾਨੂੰਨ ਅਸੂਲ ਬਾਕੀ ਦੇ ਸਮਾਜਾਂ ਨਾਲੋਂ ਬਹੁਤ ਹੀ ਸਖਤ ਸਨ। ਜ਼ਨਾਨੀਆਂ ਨੂੰ ਥੱਲੜੇ ਪੱਧਰ ਦੀ ਮਖਲੂਕ ਮੰਨਣ ਦੇ ਇਹ ਸਬੂਤ ਹਨ
ਜੋ ਇਹ ਹੁਕਮ ਜਾਰੀ ਕੀਤੇ ਗਏ ਜੋ ਆਪਣੀਆਂ ਔਰਤਾਂ ਨਾਲ ਸੰਸਕ੍ਰਿਤ ਨਾ ਬੋਲੋ ਤਾਂ ਜੋ ਜ਼ਬਾਨ ਪਿੱਟੀ ਨਾ ਜਾਵੇ, ਯਾਨੀ ਪਲੂਟ ਨਾ ਹੋ ਜਾਵੇ। ਇੱਕ ਦੂਜਾ ਸਬੂਤ ਇਹ ਹੈ ਜੋ ਆਰੀਆਵਾਂ ਦੀਆਂ ਵੱਡੀਆਂ ਹਸਤੀਆਂ ਦੀਆਂ ਮਾਵਾਂ ਦੇ ਨਾਂ ਨਹੀਂ ਦੱਸੇ ਜਾਂਦੇ। ਉਹਨਾਂ ਵਿੱਚੋਂ ਬਹੁਤ ਬਾਰੇ ਕਿਹਾ ਜਾਂਦਾ ਹੈ ਜੋ ਉਹ ਪਰੀਆਂ ਤੇ ਖਲਾਕੀ ਮਖਲੂਕਾਂ ਵਿੱਚੋਂ ਜੰਮੇ, ਇਥੋਂ ਤੀਕਰ ਕਿ ਇੱਕ ਹਸਤੀ ਕਮਲੇ ਵਿੱਚੋਂ ਹੀ ਜੰਮੀ। ਇਸ ਤੋਂ ਇਹ ਵੀ ਗੱਲ ਸਾਫ਼ ਨਿਕਲਦੀ ਹੈ ਜੋ ਜੇ ਜ਼ਨਾਨੀਆਂ ਮੁਕਾਮੀ ਹੜੱਪੇ ਵਸੇਬਦੀਆਂ ਸਨ ਕਿ ਉਹ ਆਪਣੇ ਨਿਆਣਿਆਂ ਨਾਲ ਆਪਣੀ ਜ਼ਬਾਨ ਹੀ ਬੋਲਦੀਆਂ ਹੋਣਗੀਆਂ ਤੇ ਆਪਣੇ ਉਚਾਰਾਂ ਮੂਜਬ ਹੀ ਵਰਤਾਰਾ ਕਰਦੀਆਂ ਹੋਣਗੀਆਂ। ਇਸ ਲਈ ਆਰੀਆਵਾਂ ਦੀਆਂ ਪੰਜਾਬ ਜੰਮਣ ਵਾਲੀਆਂ ਪੁਸ਼ਤਾਂ ਤੇ ਹੜੱਪੇ ਦੇ ਲੋਕਾਂ ਤੇ ਵਿਚਾਰਧਾਰਾ ਦਾ ਹੜੱਪੇ ਦੀ ਜ਼ਬਾਨ ਤੇ ਵਿਚਾਰਧਾਰਾ ਦਾ ਅਸਰ ਜ਼ਰੂਰ ਹੋਵੇਗਾ। ਮਤਲਬ ਮੈਂ ਕਹਿ ਰਿਹਾ ਜ਼ਨਾਨੀਆਂ ਦੀ ਵਜ੍ਹਾ ਤੋਂ। ਖਬਰੇ ਇਸੇ ਲਈ ਪਹਿਲੀ ਬਣਨ ਵਾਲੀ ਮੌਰੀਆ ਸ਼ਾਹੀ ਦੇ ਆਗੂ ਜੈਨ ਮਤ ਤੇ ਬੁੱਧ ਮਤ ਦੇ ਮੰਨਣ ਵਾਲੇ ਸਨ। ਮਤਲਬ ਇਹ ਜੋ ਆਰੀਆਵਾਂ ਦੇ ਆਪਣੇ ਅੰਦਰ ਵੀ ਵੱਡੇ ਪਾੜ ਸਨ। ਮੁਚਾਵੇਂ ਢੰਗ ਯਾਨੀ ਕੰਪੈਰੇਟਿਵ ਮੈਥਡ ਰਾਹੀਂ ਪਤਾ ਚੱਲਦਾ ਹੈ ਜੋ ਕਬੀਲੇ ਦੀ ਪੱਧਰ ਤੇ ਆਮ ਤੌਰ ਤੇ ਪ੍ਰਬੰਧ ਦੋ ਤਰ੍ਹਾਂ ਦੀਆਂ ਸੁਭਾਵਾਂ ਕਰਦੀਆਂ ਸਨ। ਇੱਕ ਸੁਭਾਅ ਮਜ਼ਹਬੀ ਤੇ ਰਹਿਤਰੀ ਯਾਨੀ ਕਲਚਰਲ ਪੱਖਾਂ ਦਾ ਸੰਭਾਲਾ ਤੇ ਦੂਜੀ ਜੱਗੀ ਮਹਿਮਾਨਾਂ ਨਾਲ ਨਜਿੱਠਦੀ ਸੀ। ਇਸ ਮੰਜ਼ਲ ਤੇ ਯਾਨੀ ਸ਼ੁਰੂ ਦੀ ਮੰਜ਼ਲ ਤੇ ਯੱਜ ਯਾਨੀ ਮਜ਼ਹਬੀ ਪੂਜਾ ਅਬਾਤਾਂ ਯਾਨੀ ਇਸ ਮੰਜ਼ਲ ਤੇ ਯੱਜ ਦੀ ਅਗਵਾਈ ਕਬੀਲੇ ਦੇ ਵਡਕੇ ਆਪ ਹੀ ਕਰਦੇ ਸਨ। ਜੰਗੀ ਸਭਾਵਾਂ ਵੀ ਖਾਨਦਾਨੀ ਨਹੀਂ ਸਨ ਕਿਉਂ ਜੋ ਦੂਜਿਆਂ ਕਬੀਲਿਆਂ ਕੋਲੋਂ ਲੁੱਟਿਆ ਜਾਣ ਵਾਲਾ ਮਾਲ ਤੇ ਬੰਦੇ ਕਬੀਲੇ ਦੇ ਜੀਆਂ ਵਿੱਚ ਬਰਾਬਰ ਵੰਡ ਦਿੱਤੇ ਜਾਂਦੇ ਸਨ। ਪਰ ਜਦ ਹੌਲੀ ਹੌਲੀ ਕਬਾਇਲੀ ਨਿਜ਼ਾਮ ਟੁੱਟ ਭੱਜ ਦੇ ਮੂੰਹ ਆ ਗਿਆ ਤੇ ਮਜ਼ਹਬੀ ਤੇ ਰਹਿਤਲੀ ਸੁਭਾਵਾਂ ਵਾਲੇ ਬ੍ਰਾਹਮਣ ਤੇ ਪੰਡਿਤ ਬਣ ਗਏ ਤੇ ਜੰਗੀ ਸਭਾਵਾਂ ਖਾਨਦਾਨੀ ਹੋ ਗਈਆਂ ਜਿਨ੍ਹਾਂ ਵਿੱਚੋਂ ਰਾਜੇ ਬਣ ਲੱਗ ਪਏ। ਜਦ ਕਬਾਇਲੀ ਨਿਜ਼ਾਮ ਟੁੱਟ ਕੇ ਤਬਕਿਆਂ ਵਿੱਚ ਵੰਡਿਆ ਗਿਆ ਤੇ ਵਿਚਾਰਧਾਰਾ ਵਿੱਚ ਵੀ ਬਦਲੀਆਂ ਆਉਣੀਆਂ ਲਾਜ਼ਮ ਸਨ। ਨਵੇਂ ਤਬਕਾਤੀ ਸਮਾਜ ਵਿੱਚ ਯੱਜ ਕਰਨ ਦਾ ਕੰਮ ਟੱਬਰ ਜਾਂ ਕਬੀਲੇ ਦੇ ਵਡਕਿਆਂ ਦੀ ਥਾਂ ਪੇਸ਼ਾਵਰ ਗਾਉਣ ਵਾਲਿਆਂ ਨੂੰ ਦੇ ਦਿੱਤਾ ਗਿਆ। ਮਤਲਬ ਉੱਪਰ ਵਾਲੇ ਤਬਕੇ ਯਜਮਾਨ ਬਣ ਗਏ। ਇਹ ਯੱਜ ਤੋਂ ਲਫ਼ਜ਼ ਨਿਕਲਿਆ। ਉੱਪਰ ਵਾਲੇ ਤਬਕੇ ਯਜਮਾਨ ਬਣ ਗਏ। ਹੁਣ ਇਹ ਕੰਮ ਕੰਮੀ ਕਾਰੇ ਲੋਕਾਂ ਕੋਲੋਂ ਕਰਵਾਉਣਾ ਸ਼ੁਰੂ ਕੀਤਾ ਗਿਆ। ਇੱਥੇ ਮੇਰਾ ਮਫਰੂਜ਼ਾ ਇਹ ਹੈ ਜੋ ਇਹ ਗਾਉਣ ਵਾਲੇ ਕੰਮੀ ਹੜੱਪੀ ਗਵਈਏ ਸਨ। ਇਹ ਮਫਰੂਜ਼ਾ ਮੈਂ ਇਸ ਦਿੱਖ ਯਾਨੀ ਆਬਜ਼ਰਵੇਸ਼ਨ ਤੇ ਬਣਾਇਆ ਹੈ ਜੋ ਪੰਜਾਬ ਵਿੱਚ ਬਹੁਤੇ ਗਾਉਣ ਵਾਲੇ ਟੱਬਰਾਂ ਦੇ ਨਕਸ਼ ਨੈਣ ਤੇ ਰੰਗ ਹੜੱਪੀ ਲੋਕਾਂ ਨਾਲ ਮਿਲਦੇ ਹਨ। ਅਜੋਕੇ ਵੇਲਿਆਂ ਵਿੱਚ ਉਹ ਮਿਰਾਸੀ ਘੁੰਮਦੇ ਨੇ ਤੇ ਉਹ ਹੀ ਹਨ ਜਿਹੜੇ ਮਾਲਕ ਤਬਕਿਆਂ ਨੂੰ ਅਜੇ ਵੀ ਯਜਮਾਨ ਕਹਿੰਦੇ ਹਨ। ਇਹ ਯਜਮਾਨ ਦਾ ਵਰਡ ਜਿਹੜਾ ਹੈ ਇਹ ਸਿਰਫ ਮਰਾਸੀ ਯੂਜ਼ ਕਰਦੇ ਨੇ, ਹੋਰ ਬਹੁਤ ਰੇਅਰ ਯੂਜ਼ ਹੁੰਦਾ ਹੈ। ਇੱਥੇ ਇਹ ਦੱਸਦੇ ਜਾਈਏ ਜੋ ਪੰਜਾਬ ਵਿੱਚ ਯੱਜ ਦਾ ਪੂਰਾ ਕੰਮ ਕੰਮੀ ਪੇਸ਼ਾ ਹੜੱਪੀ ਰਾਗੀਆਂ ਕੋਲ ਹੀ ਰਿਹਾ, ਪਰ ਗੰਗਾ ਜਮਨਾ ਵਿੱਚ ਬ੍ਰਾਹਮਣ ਪੰਡਿਤ ਇਹ ਕੰਮ ਦੂਜਿਆਂ ਕੋਲੋਂ ਕਰਵਾਉਂਦੇ ਸਨ। ਮਤਲਬ ਗੰਗਾ ਜਮਨਾ ਵਿੱਚ ਮਜ਼ਹਬੀ ਰਸਮਾਂ ਕਰਨ ਵਾਲਿਆਂ ਦੀਆਂ ਵੀ ਦੋ ਪਰਤਾਂ ਸਨ ਜਿਹੜੀਆਂ ਪੰਜਾਬ ਵਿੱਚ ਨਹੀਂ ਸਨ। ਇਸੇ ਲਈ ਗੰਗਾ ਜਮਨਾ ਦੇ ਬ੍ਰਾਹਮਣ ਪੰਜਾਬ ਦੇ ਹਿੰਦੂ ਮਤ ਨੂੰ ਘਟੀਆ ਸਮਝਦੇ ਸਨ, ਬਲਕਿ ਉਹਨਾਂ ਨੂੰ ਹਿੰਦੂ ਸਮਝਦੇ ਨਹੀਂ ਸਨ। ਅੱਗੇ ਯੱਜ ਕਰਨ ਵਾਲੇ ਰਾਗੀਆਂ ਦੇ ਹੜੱਪੀ ਹੋਣ ਦੇ ਮਫਰੂਜ਼ੇ ਯਾਨੀ ਅਜ਼ੰਪਸ਼ਨ ਦੇ ਪੱਖ ਲਈ ਇੱਕ ਦੂਜਾ ਸਬੂਤ ਇਹ ਹੈ। ਇਹ ਦਾਅਵਾ ਤੇ ਦਰੁਸਤ ਲੱਗਦਾ ਹੈ ਜੋ ਸੰਸਕ੍ਰਿਤ ਇੰਡੋ ਏਰੀਅਨ ਟੱਬਰ ਦੀ ਜ਼ਬਾਨ ਹੈ। ਮਤਲਬ ਲਹਿੰਦੇ ਵਾਲਿਆਂ ਤੇ ਹਿੰਦੁਸਤਾਨ ਦੇ ਆਰੀਆਵਾਂ ਦੀਆਂ ਜ਼ਬਾਨਾਂ ਦੀ ਸਾਂਝ ਹੈ। ਇਹ ਸਾਂਝ ਸਾਨੂੰ ਰਾਗਦਾਰੀ ਵਿੱਚ ਹੱਡੂ ਨਹੀਂ ਦਿਸਦੀ, ਯਾਨੀ ਬਿਲਕੁਲ ਨਹੀਂ ਦਿਸਦੀ। ਹਿੰਦੁਸਤਾਨੀ ਕਲਾਸੀਕਲ ਰਾਗ ਦੇ ਮੁੱਢਲੇ ਅਸੂਲ ਲਹਿੰਦੇ ਤੋਂ ਵੱਖ ਹਨ। ਆਰੀਆਵਾਂ ਦੇ ਵੇਦ ਗਾਉਣ ਵਾਲੀਆਂ ਹਮਦਾਂ ਹੀ ਸਨ
ਤੇ ਹੋਣਾ ਤੇ ਇਹ ਚਾਹੀਦਾ ਸੀ ਜੋ ਲਹਿੰਦੇ ਤੇ ਪੰਜਾਬ ਆਉਣ ਵਾਲੇ ਆਰੀਆਂ ਵਿੱਚ ਇਹਨਾਂ ਹਮਦਾਂ ਨੂੰ ਗਾਵਣ ਦੀ ਵੀ ਸਾਂਝ ਹੁੰਦੀ, ਪਰ ਇੰਜ ਹੈ ਨਹੀਂ। ਇਸ ਲਈ ਜੇ ਇਹ ਨਹੀਂ ਤੇ ਫਿਰ ਇਸ ਗੱਲ ਦਾ ਬਹੁਤਾ ਇਮਕਾਨ ਹੈ ਜੋ ਜੱਜ ਕਰਨ ਵਾਲੇ ਰਾਗੀ ਹੜੱਪੀ ਹੀ ਸਨ। ਕਲਾਸੀਕਲ ਰਾਗਾਂ ਦੀ ਬੱਝੀ ਬਜਾਈ ਅਮੋੜ, ਯਾਨੀ ਜਿਹੜੀ ਜਿਹਨੂੰ ਬਦਲਿਆ ਨਾ ਜਾ ਸਕੇ, ਅਮੋੜ ਬੰਤਰਾਂ ਤੋਂ ਹੀ ਲੱਗਦਾ ਹੈ। ਕਲਾਸੀਕਲ ਰਾਗਾਂ ਦੀ ਯਾਨੀ ਫਿਕਸਡ ਸਟਰਕਚਰ ਤੋਂ ਵੀ ਲੱਗਦਾ ਹੈ ਜੋ ਇਹ ਯੱਜ ਪੂਜਾ ਲਈ ਵਰਤੇਂਦੀ ਹੋਵੇਗੀ। ਰਾਗ ਵਿੱਚ ਪਹਿਲਾ ਆਲਾਪ ਹੁੰਦਾ ਹੈ, ਜਿਸ ਤੋਂ ਲੱਗਦਾ ਹੈ ਜੋ ਲੋਕ ਜਮਾ ਹੋ ਰਹੇ ਹਨ। ਫਿਰ ਵਿਚਕਾਰ ਖਿਆਲ ਵਿੱਚ ਦੇਵਤਾਵਾਂ ਦੀਆਂ ਸਿਫਤਾਂ ਦੀ ਬੰਦਿਸ਼ ਹੁੰਦੀ ਹੈ ਤੇ ਅਖੀਰ ਤੇ ਤਰਾਨਾ ਹੁੰਦਾ ਹੈ ਜਿਹੜਾ ਚੋਖੀ ਤ੍ਰਿਖੀ ਲੈ ਤੇ ਗਾਇਆ ਜਾਂਦਾ ਹੈ। ਲੱਗਦਾ ਹੈ ਜੋ ਤਰਾਨੇ ਦੀ ਤੇਜ਼ ਲੈ ਤੇ ਲੋਕ ਨੱਚਦੇ ਹੋਣਗੇ ਜਾਂ ਧਮਾਲ ਪਾਉਂਦੇ ਹੋਣਗੇ। ਇਹੋ ਜਿਹੀ ਧਮਾਲ ਦਾ ਪੈਣਾ ਇਸ ਲਈ ਵੀ ਬਹੁਤਾ ਹੋ ਸਕਦਾ ਹੈ ਜੋ ਆਰੀਆਵਾਂ ਦੀ ਪੂਜਾ ਵੇਲੇ ਸੋਮ ਜਾਂ ਹੋਰ ਨਸ਼ਿਆਂ ਵਾਲੀਆਂ ਚੀਜ਼ਾਂ ਦੀ ਵਰਤੋਂ ਲਾਜ਼ਮ ਮੰਨੀ ਜਾਂਦੀ ਸੀ। ਜ਼ਰਤਸ਼ਤ ਤੇ ਹੋਰ ਕਈ ਕਦੀਮ ਮਜ਼ਹਬਾਂ ਵਿੱਚ ਨਸ਼ਾ ਕਰਨਾ ਜ਼ਰੂਰੀ ਮੰਨਿਆ ਜਾਂਦਾ ਸੀ। ਇਸ ਦਾ ਮਕਸਦ ਬੰਦੇ ਦੇ ਜ਼ਿਹਨ ਨੂੰ ਅਜਿਹੀ ਹਾਲਤ ਵਿੱਚ ਲਿਆਉਣਾ ਹੁੰਦਾ ਸੀ ਜੋ ਉਹ ਆਪਣੇ ਖਿਆਲਾਂ ਵਿੱਚ ਦੇਵਤਾਵਾਂ ਨਾਲ ਮਿਲਾਪ ਕਰ ਸਕੇ। ਇਹ ਵੀ ਦਰੁਸਤ ਲੱਗਦਾ ਹੈ ਜੋ ਵੇਲੇ ਨਾਲ ਗਵਈਆਂ ਨੂੰ ਸੰਸਕ੍ਰਿਤ ਦੇ ਬੋਲਾਂ ਦੇ ਮਾਇਨੇ ਭੁੱਲਦੇ ਗਏ ਤੇ ਫਿਰ ਉਹਨਾਂ ਨੇ ਆਪਣੇ ਕੋਲੋਂ ਹੀ ਮਾੜੇ ਮੋਟੇ ਪੁੱਠੇ ਸਿੱਧੇ ਬੋਲ ਬਣਾਉਣੇ ਸ਼ੁਰੂ ਕਰ ਦਿੱਤੇ, ਯਾਨੀ ਮਤਲਬ ਅਸਥਾਈਆਂ ਤੰਤਰ ਬਣਾਉਣੇ ਸ਼ੁਰੂ ਕਰ ਦਿੱਤੇ। ਸੰਸਕ੍ਰਿਤ ਦੇ ਬੋਲ ਗਵਈਆਂ ਨੂੰ ਹੀ ਨਹੀਂ, ਖੁਦ ਬ੍ਰਾਹਮਣ ਪੰਡਤਾਂ ਨੂੰ ਵੀ ਵਿਸਰਦੇ ਜਾ ਰਹੇ ਸਨ ਤੇ ਪਾਨੀਨੀ ਨੇ ਉਹਨਾਂ ਨੂੰ ਸਿੱਧਾ ਸਿਖਾਉਣ ਲਈ ਗ੍ਰਾਮਰ ਦੀ ਕਿਤਾਬ ਅਸ਼ਟਾਧਾਈ ਲਿਖੀ ਸੀ। ਡੀਡੀ ਕੁਸਾਂਬੀ ਹੋਰਾਂ ਦਾ ਕਹਿਣਾ ਹੈ ਕਿ ਉਸ ਵੇਲੇ ਗਾਵਣ ਤੇ ਸ਼ਾਇਰੀ ਭਾਟ ਹੀ ਕਰਦੇ ਸਨ ਤੇ ਮਹਾਭਾਰਤ ਦੀਆਂ ਲਿਖਤਾਂ ਬਹੁਤੀਆਂ ਉਹਨਾਂ ਦੀਆਂ ਹੀ ਲਿਖਤਾਂ ਜਾਪਦੀਆਂ ਹਨ। ਇਸ ਦੇ ਸਬੂਤ ਵਿੱਚ ਉਹ ਆਖਦੇ ਹਨ ਜੋ ਮਹਾਭਾਰਤ ਦੀ ਹਰ ਕਥਾ ਵਿੱਚ ਪਹਿਲਾਂ ਹਾਕਮ ਜਾਂ ਰਾਜੇ ਦੀ ਤਾਰੀਫ ਕੀਤੀ ਜਾਂਦੀ ਹੈ, ਜਿਹੜਾ ਕਿ ਖਾਸ ਮਰਾਸੀਆਂ ਜਾਂ ਭਾਟਾਂ ਦਾ ਢੰਗ ਹੈ। ਮੇਰੇ ਖਿਆਲ ਵਿੱਚ ਗਾਉਣ ਵਾਲਿਆਂ ਵਿੱਚ ਇਹ ਰੀਤ ਸਾਡੇ ਵੇਲਿਆਂ ਤੀਕਰ ਰਹੀ ਹੈ। ਹੁਣ ਵੀ ਜਦ ਇਹ ਲੋਕ ਤਮਾਸ਼ਾ ਕਰਨ ਵੇਲੇ ਪੈਸੇ ਵਸੂਲ ਕਰਦੇ ਸਨ, ਜਿਸ ਨੂੰ ਬੇਲ ਕਿਹਾ ਜਾਂਦਾ ਹੈ, ਤੇ ਇਹ ਦੁਆ ਐਲਾਨ ਦੇ ਤੌਰ ਤੇ ਦਿੰਦੇ ਸਨ ਜੋ ਦੇਣ ਵਾਲੇ ਦੀ ਮਾਲ ਤੇ ਜਦ ਵਧੇ। ਇਹੋ ਦੋ ਉਹ ਚੀਜ਼ਾਂ ਸਨ ਜਿਹੜੀਆਂ ਸ਼ੁਰੂ ਦੇ ਵੇਦਾਂ ਵਿੱਚ ਮੰਗੀਆਂ ਜਾਂਦੀਆਂ ਸਨ। ਪੰਜਾਬ ਵਿੱਚ ਅਜੇ ਤੀਕਰ ਇਹ ਰਾਗੀ ਕਈਆਂ ਮਜ਼ਹਬਾਂ ਵਿੱਚ ਗਾਉਂਦੇ ਹਨ, ਮਤਲਬ ਜਿਵੇਂ ਗੁਰਦੁਆਰਿਆਂ ਦੇ ਮੁਸਲਮਾਨ ਭਾਈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਜੋ ਘੱਟੋ ਘੱਟ ਪੰਜਾਬ ਦੀ ਹੱਦ ਤਾਈਂ ਯੱਜ ਦਾ ਕੰਮ ਮਰਾਸੀਆਂ ਕੋਲ ਹੀ ਗਿਆ। ਯੱਜ, ਅੱਛਾ ਜੀ, ਹੁਣ ਅਗਲਾ, ਯੱਜ ਜਾਂ ਪੂਜਾ ਪਾਠ ਵਿੱਚ ਹੀ ਨਹੀਂ, ਜ਼ਿੰਦਗੀ ਦੂਜੇ ਮਾਮਲਿਆਂ ਵਿੱਚ ਵੀ ਗੰਗਾ ਜਮਨਾ ਦਾ ਕੱਟੜ ਬ੍ਰਹਮਣਵਾਦ ਪੰਜਾਬ ਵਿੱਚ ਪੈਰ ਨਹੀਂ ਜਮਾ ਸਕਿਆ ਸੀ। 7ਵੀਂ ਸਦੀ ਤੀਕਰ ਤੇ ਬੁੱਧ ਮਤ ਦੀ ਰਹਿੰਦ ਖੂੰਦ ਅਜੇ ਬਾਕੀ ਸੀ। ਰਾਜਾ ਹਰਸ਼ਵਰਧਨ ਜਿਹੜਾ 7ਵੀਂ ਸਦੀ ਦਾ ਹੈ ਬਾਰੇ ਕਿਹਾ ਜਾਂਦਾ ਹੈ ਜੋ ਬੁੱਧ ਸੀ। ਬਹੁਤ ਸਾਰਿਆਂ ਲਿਖਾਰੀਆਂ ਦਾ ਦੱਸਣਾ ਹੈ ਜੋ ਪੰਜਾਬ ਵਿੱਚ ਜ਼ਾਤਾਂ ਦਾ ਨਿਜ਼ਾਮ ਬਹੁਤ ਪੱਕਾ ਨਹੀਂ ਬਣ ਸਕਿਆ ਸੀ। ਇੱਕ ਹੀ ਟੱਬਰ ਇੱਕ ਵੇਲੇ ਬ੍ਰਾਹਮਣ ਹੋ ਸਕਦਾ ਸੀ ਤੇ ਦੂਜੇ ਵੇਲੇ ਵਿੱਚ ਸ਼ੂਦਰ, ਵੇਸ਼ ਜਾਂ ਸ਼ੂਦਰ। ਲੱਗਦਾ ਇਹ ਹੈ ਜੋ ਪੰਜਾਬ ਵਿੱਚੋਂ ਹੜੱਪੇ ਵਸੇਬ ਦੀ ਵਿਚਾਰਧਾਰਾ ਰੰਗ ਵਟਾਉਂਦੀ ਜੈਨ ਮਤ ਜਾਂ ਬੁੱਧ ਮਤ ਵਿੱਚ ਚੱਲਦੀ ਰਹੀ, ਪਰ ਉਹ ਬ੍ਰਾਹਮਣਵਾਦ ਦੇ ਨਿਖੇੜੂ ਯਾਨੀ ਡਿਸਕ੍ਰਿਮੀਨੇਟਰੀ ਨਿਜ਼ਾਮ ਨੂੰ ਹਜ਼ਮ ਨਹੀਂ ਕਰ ਸਕੀ। ਇੱਥੇ ਗੰਗਾ ਜਮਨਾ ਦੇ ਬ੍ਰਾਹਮਣਵਾਦ ਦੀ ਉਸਾਰੀ ਤੇ ਵੀ ਇੱਕ ਝਾਤ ਪਾਉਣੀ ਚਾਹੀਦੀ ਹੈ। ਗੰਗਾ ਜਮਨਾਵਾਦੀ ਲੋਹੇ ਦੇ ਸੰਦ ਯਾਨੀ ਹਥਿਆਰ ਬਣਨ ਤੋਂ ਮਗਰੋਂ ਆਬਾਦ ਹੋਈ ਸੀ। ਪੰਜਾਬ ਵਿੱਚ ਜੰਗਲ ਨਿੱਕੀਆਂ ਝਾੜੀਆਂ ਵਾਲੇ ਸਨ ਜਿਨ੍ਹਾਂ ਨੂੰ ਬਿਨਾਂ ਲੋਹੇ ਦੇ ਵੀ ਸਾਫ਼ ਕਰਕੇ ਬਿਜਾਈ ਕੀਤੀ ਜਾ ਸਕਦੀ ਸੀ, ਪਰ ਗੰਗਾ ਜਮਨਾ ਦੇ ਜੰਗਲ ਸੰਘਣੇ ਤੇ ਵੱਡੇ ਸਨ ਜਿਹੜੇ ਬਿਨਾਂ ਲੋਹੇ ਦੇ ਸਾਫ਼ ਨਹੀਂ ਸੀ ਹੋ ਸਕਦੇ। ਲੱਗਦਾ ਹੈ ਜੋ ਗੰਗਾ ਜਮਨਾ ਵਾਦੀ ਨੂੰ ਆਬਾਦ ਕਰਨ ਲਈ
ਆਰੀਆਵਾਂ ਨੇ ਹੜੱਪੇ ਦੇ ਗੁਲਾਮ ਕੀਤੇ ਲੋਕਾਂ ਨੂੰ ਹੀ ਵਰਤਿਆ। ਪਰ ਗੰਗਾ ਜਮਨਾ ਵਿੱਚ ਗੰਗਾ ਜਮਨਾ ਵਿੱਚ ਬਾਰਿਸ਼ਾਂ ਪੰਜਾਬ ਨਾਲੋਂ ਕਿਤੇ ਵੱਧ ਹੁੰਦੀਆਂ ਸਨ। ਇਸੇ ਲਈ ਇਹ ਸਨ ਤੇ ਇਸ ਲਈ ਉੱਥੇ ਬਹੁਤੀਆਂ ਫਸਲਾਂ ਹੁੰਦੀਆਂ ਸਨ। ਗੰਗਾ ਜਮਨਾ ਵਿੱਚ ਸਾਲਾਨਾ 33 ਇੰਚ ਐਵਰੇਜ ਬਾਰਿਸ਼ ਹੁੰਦੀ ਸੀ, ਜਦੋਂ ਪੰਜਾਬ ਵਿੱਚ ਸਿਰਫ 7 ਤੋਂ 10 ਇੰਚ ਬਾਰਿਸ਼ ਹੁੰਦੀ ਸੀ। ਇਸ ਵਧੇਰੀ ਪੈਦਾਵਾਰ ਦਾ ਬਹੁਤਾ ਹਿੱਸਾ ਖਸ਼ਤਰੀ ਤੇ ਬ੍ਰਾਹਮਣ ਜ਼ਾਤ ਦੇ ਹਾਕਮ ਤਬਕਿਆਂ ਕੋਲ ਹੀ ਰਹਿੰਦਾ ਸੀ। ਇਸ ਲਈ ਗੰਗਾ ਜਮਨਾ ਵਿੱਚ ਹੁੰਦੀ ਢੇਰ ਦੌਲਤ ਨੂੰ ਲੁੱਟਣ ਲਈ ਸ਼ਮਾਲ ਤੋਂ ਧਾਵੇ ਹੁੰਦੇ ਸਨ, ਜਿਸ ਦਾ ਪਹਿਲਾ ਫੱਟ ਪੰਜਾਬ ਨੂੰ ਵੱਜਦਾ ਸੀ। ਇਸ ਲਈ ਉੱਥੇ ਹਾਕਮ ਮੇਲ ਨੂੰ, ਯਾਨੀ ਮਤਲਬ ਕਿਉਂਕਿ ਪੈਦਾਵਾਰ ਵੱਧ ਹੁੰਦੀ ਸੀ ਔਰ ਉਹ ਬਹੁਤ ਤਗੜੇ ਹੋ ਗਏ ਸਨ ਹਾਕਮ, ਇਸ ਲਈ ਉੱਥੇ ਹਾਕਮ ਮੇਲ ਨੂੰ ਥੱਲੜੇ ਜ਼ਾਤਾਂ ਤੇ ਬਦ ਜ਼ਾਤਾਂ ਤੇ ਹਾਕਮੀ ਲਈ ਬਹੁਤੀ ਸਖਤੀ ਤੇ ਕਰੜੀ ਵਿਚਾਰਧਾਰਾ ਦੀ ਲੋੜ ਸੀ, ਜਿਹੜੀ ਬ੍ਰਾਹਮਣਵਾਦ ਦੀ ਸੂਰਤ ਵਿੱਚ ਸਾਹਮਣੇ ਆਈ। ਇਸ ਬ੍ਰਾਹਮਣਵਾਦ ਦੇ ਰਾਹੀਂ ਥਲੜੀਆਂ ਜ਼ਾਤਾਂ ਤੇ ਜ਼ਨਾਨੀਆਂ ਨੂੰ ਜਾਨਵਰਾਂ ਤੋਂ ਵੀ ਭੈੜਾ ਬਣਾ ਦਿੱਤਾ ਗਿਆ। ਬਸ ਇੰਨਾ ਮੈਂ ਲਿਖਿਆ। ਇੰਨੀ ਗੱਲ ਜਿਹੜੀ ਹੈ ਇਹਦੇ ਉੱਤੇ ਗੱਲ ਕਰ ਲਓ। ਵੈਸੇ ਵੀ ਅੱਧਾ ਘੰਟਾ ਹੋ ਗਿਆ ਤੇ ਅੱਗੇ ਫਿਰ ਮੈਂ ਜਿਹੜੀ ਹੋਏਗੀ ਉਹ ਅਗਲੀ ਕਲਾਸ ਕਰਾਂ। ਦੇਖੋ ਜੀ, ਜਿਹੜੀ ਜੋ ਮੈਂ ਪੜ੍ਹਿਆ ਤੁਹਾਡੇ ਸਾਹਮਣੇ, ਇਹ ਇੱਕ ਬੇਸਿਕਲੀ ਆਊਟਲਾਈਨ ਹੈ, ਜਾਂ ਸਮਝ ਲਓ ਜੇ ਰਫ ਡਰਾਫਟ ਹੈ। ਇਹਦੀ ਤਾਰੀਫ ਕਰਨ ਦੀ ਕੋਈ ਲੋੜ ਨਹੀਂ। ਇਹ ਸਾਰੇ ਆਰਗੂਮੈਂਟ ਨੂੰ ਕ੍ਰਿਟੀਕਲੀ ਇਵੈਲੂਏਟ ਕਰੋ, ਔਰ ਤਾਂ ਕਿ ਜੇ ਉਹਦੇ ਵਿੱਚ ਜੇ ਪਾੜ ਨੇ ਮੰਤਕ ਦੇ ਲਾਜਿਕ ਦੇ ਵਿੱਚ, ਤੇ ਉਹਨੂੰ ਠੀਕ ਕੀਤਾ ਜਾ ਸਕੇ। ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਜੀ ਕਿ ਇਹ ਜ਼ਨਾਨੀਆਂ ਨਾਲ ਜਿਹੜਾ ਸਮਾਜੀ ਰਵੱਈਆ ਸੀ ਉਹ ਚੰਗਾ ਨਹੀਂ ਸੀ, ਔਰ ਕਹਿ ਲਵੋ ਕਿ ਕਮਜ਼ੋਰ ਸੀ, ਤੇ ਸਰ ਇਹ ਸਤੀ ਦੀ ਜਿਹੜੀ ਰਸਮ ਹੈ ਇਹ ਵੀ ਤੇ ਇੱਕ ਇਹਦੀ ਸ਼ਕਲ ਸੀ ਨਾ, ਕਿ ਜਿਹਦੇ ਚੋਂ ਜ਼ਰੂਰੀ ਸੀ ਕਿ ਉਹ ਆਪਣੇ ਮੀਆਂ ਦੇ ਨਾਲ ਹੀ ਮਰ ਜਾਵੇ ਜਾਂ ਆਪਣੇ ਆਪ ਨੂੰ ਜਲਾ ਲਵੇ। ਤੇ ਉਹਦੇ ਚ ਰੈਸ਼ਨਲ ਇਹ ਵੀ ਸੀ ਕਿ ਜੀ ਉਹ ਅਗਰ ਇਸ ਤਰ੍ਹਾਂ ਕਰੇਗੀ ਤੇ ਉਹਦਾ ਮੀਆਂ ਜਿਹੜਾ ਵੇ ਉਹਦੀ ਆਖਰਤ ਜਿਹੜੀ ਉਹ ਬਿਹਤਰ ਹੋ ਜਾਏਗੀ, ਜਾਂ ਉਸ ਜਿਹੜਾ ਪਰਤ ਕੇ ਹਯਾਤੀ ਦਾ ਕੋਈ ਰੂਪ ਲੈਣਾ ਉਹ ਬਿਹਤਰ ਹੋ ਜਾਏਗਾ। ਇਹ ਵੀ ਸਰ ਕਿਧਰੇ ਮੈਂ ਪੜ੍ਹਿਆ ਸੀ, ਤੇ ਇਸ ਤੁਹਾਡੀ ਗੱਲ ਨੂੰ ਹੋਰ ਤਗੜਾ ਕਰਦਾ ਹੈ, ਇਹ ਮਜ਼ਬੂਤ ਕਰਦਾ ਹੈ ਕਿ ਜ਼ਨਾਨੀਆਂ ਨਾਲ ਉਸ ਦੌਰ ਚ ਸਲੂਕ ਜਿਹੜਾ ਸੀ, ਉਹਨਾਂ ਦਾ ਜਿਹੜਾ ਸਮਾਜੀ ਜਿਹੜਾ ਉਹਨਾਂ ਦੀ ਹਸੀਅਤ ਸੀ ਉਹ ਥੱਲੇ ਦਰਜੇ ਦੀ ਆ ਸੀ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਮੈਂ ਜਿਹੜੀ ਮੇਰਾ ਆਰਗੂਮੈਂਟ ਹੈ ਉਹ ਇਹ ਹੈ ਕਿ ਜਿਹੜਾ ਹਿੰਦੁਸਤਾਨ ਦੇ ਵਿੱਚ ਔਰਤਾਂ ਦੇ ਨਾਲ ਦੂਜੇ ਸਮਾਜਾਂ ਦੀ ਨਿਸਬਤ ਬਹੁਤ ਜ਼ਿਆਦਾ ਭੈੜਾ ਜਿਹੜਾ ਸਲੂਕ ਕੀਤਾ ਗਿਆ, ਮਤਲਬ ਜੋ ਮਨੂ ਸਮਰਤੀ ਜਿਹੜਾ ਕਿ ਹਿੰਦੂਆਂ ਦੀ ਸਮਝ ਲਓ ਕਿ ਫਿਕਾ ਹੈ, ਜਿਹੜੀ ਮਨੂ ਸਮਰਤੀ ਦੇ ਵਿੱਚ ਔਰਤਾਂ ਦੇ ਬਾਰੇ ਵਿੱਚ ਜਿੰਨੀ ਸਖਤੀ ਹੈ ਕਿ ਜਿਹੜੀ ਬੇਵਾ ਹੈ ਉਹ ਸ਼ਾਦੀ ਨਹੀਂ ਕਰ ਸਕਦੀ, ਉਹ ਕੱਪੜੇ ਨਹੀਂ ਪਾ ਸਕਦੀ, ਛੋਟੀ ਉਮਰ ਦੇ ਵਿੱਚ, ਬਹੁਤ ਹੀ ਛੋਟੀ ਉਮਰ 'ਚ ਸ਼ਾਦੀ ਕਰ ਦੇਣੀ ਚਾਹੀਦੀ ਹੈ, ਸ਼ਾਦੀ ਜਿਹੜੀ ਹੈ ਦੂਸਰੀ ਜ਼ਾਤ ਵਿੱਚ ਨਹੀਂ ਹੋ ਸਕਦੀ, ਮਰਨ ਵੇਲੇ ਜਿਹੜੀ ਹੈ ਉਹ ਸਤੀ ਹੋਣਾ। ਇਹ ਜਿਹੜੀਆਂ ਇੰਨੀਆਂ ਸਖਤ ਸਜ਼ਾਵਾਂ ਬ੍ਰਾਹਮਣਵਾਦ ਨੇ ਬਣਾਈਆਂ, ਇਹਨਾਂ ਦੇ ਬਾਰੇ 'ਚ ਮੇਰਾ ਥੀਸਿਸ ਇਹ ਹੈ ਕਿ ਜਦੋਂ ਆਰੀਆ ਆਏ ਸਨ ਤੇ ਉਹ ਸਿਰਫ ਉਹ ਇੱਕ ਮਰਦ ਸਨ। ਇਹ ਜੈਨੇਟਿਕ ਸਟੱਡੀ ਮੈਂ ਕੋਟ ਕੀਤੀ ਹੈ ਆਪਣੀ ਤਾਰੀਖ ਦੀ ਕਿਤਾਬ ਵਿੱਚ। ਮਤਲਬ ਇਹ ਹੋਇਆ ਕਿ ਜਿਹੜੇ ਔਰਤਾਂ ਸਨ ਉਹ ਤੇ ਸਾਰੀਆਂ ਮੋਸਟਲੀ ਕਹਿ ਲਓ ਉਹ ਤੇ ਹੜੱਪੇ ਦੇ ਜੈਨੇਟਿਕ ਸਟਾਕ ਤੋਂ ਸੀ, ਤੇ ਜਿਹੜੇ ਆਰੀਆ ਮਰਦ ਆਏ ਉਹਨਾਂ ਨੂੰ ਜ਼ਬਰਦਸਤੀ ਆਪਣੇ ਘਰਾਂ 'ਚ ਪਾ ਕੇ ਆਪਣੇ ਘਰ ਵਸਾਏ ਸਨ। ਮੈਂ ਇਹ ਕਹਿ ਰਿਹਾ ਕਿ ਜੇ ਤੁਸੀਂ ਦੇਖੋ ਨਾ ਜੀ, ਮੈਸੋਪੋਟੇਮੀਆ ਜਾਂ ਗ੍ਰੀਕ ਜਾਂ ਹੋਰ ਸਿਵਲਾਈਜੇਸ਼ਨ,
ਉਹਨਾਂ ਵਿੱਚ ਔਰਤਾਂ ਦੇ ਬਾਰੇ 'ਚ ਇੰਨੇ ਜ਼ਿਆਦਾ ਸਖਤ ਕਾਨੂੰਨ ਨਹੀਂ ਹੈਗੇ ਜਿੰਨੇ ਜ਼ਿਆਦਾ ਸਖਤ ਕਾਨੂੰਨ ਮਨੁਸਮਰਤੀ ਵਿੱਚ ਨੇ। ਤੇ ਮੈਂ ਇਹ ਥੀਸਿਸ ਪੇਸ਼ ਕਰ ਰਿਹਾ ਕਿ ਇਹ ਮਨੁਸਮਰਤੀ ਦੇ ਇੰਨੇ ਸਖਤ ਕਾਨੂੰਨ ਇਸ ਵਾਸਤੇ ਸ਼ਾਇਦ ਬਣੇ ਹੋਣਗੇ ਕਿ ਔਰਤਾਂ ਜਿਹੜੀਆਂ ਸਨ ਉਹ ਉਹਨਾਂ ਦੇ ਆਪਣੇ ਸਟਾਕ ਤੋਂ ਨਹੀਂ ਸਨ। ਸਰ ਮੈਂ ਬੋਲਾਂ ਇੱਕ ਸੈਕਿੰਡ? ਜੀ ਬਿਲਕੁਲ ਬਿਲਕੁਲ। ਉਹਨਾਂ ਨੂੰ ਉਹ ਪਹਿਲਾਂ ਹੀ ਐਨੀ ਹਾਊ ਉਹਨਾਂ ਨੂੰ ਉਹ ਨੀਚਾ ਸਮਝਦੇ ਸੀ ਮਲੂਹਾਂ ਨੂੰ, ਤੇ ਇਹ ਤੇ ਹੁਣ ਆਬਵੀਅਸ ਉਹਦਾ ਕਰੋਲਰੀ ਹੈ ਕਿ ਵੀ ਉਹ ਉਹਨਾਂ ਦੀਆਂ ਔਰਤਾਂ ਨੂੰ ਤਾਂ ਹੋਰ ਵੀ ਥੱਲੇ ਸਮਝਦੇ ਹੋਣਗੇ। ਸੋ ਇਹਦੇ ਚ ਤਾਂ ਆਈ ਡੋਂਟ ਥਿੰਕ ਐਨੀ ਦੋ ਰਾਏ ਹੈ ਕਿ ਵੀ ਔਰਤਾਂ ਨੂੰ ਕਿਉਂ ਉਹ ਮਾੜਾ ਸਮਝਦੇ ਸੀ। ਮਤਲਬ ਮੈਂ ਕਹਿ ਰਿਹਾ ਐਕਸਟਰਾ ਆਰਡੀਨਰੀ ਕਿਉਂ ਬੁਰਾ ਸਮਝਦੇ ਸੀ? ਕਿਉਂਕਿ ਇਸ ਕਰਕੇ ਆਈ ਥਿੰਕ ਕਿਉਂਕਿ ਉਹ ਉਹਨਾਂ ਜਾਤੀਆਂ ਤੋਂ, ਉਸ ਜਾਤੀ ਤੋਂ ਬਿਲੋਂਗ ਕਰਦੇ ਸੀ ਜਿਨ੍ਹਾਂ ਨੂੰ ਇਹਨਾਂ ਨੇ ਫਤਹ ਕੀਤਾ ਸੀ। ਜੀ ਬਿਲਕੁਲ। ਸੋ ਇਸ ਕਰਕੇ ਇੱਕ ਤੇ ਉਹ ਸਟਾਰਟਿੰਗ ਪੁਆਇੰਟ ਹੀ ਉਹ ਸੀਗੇ ਕਿ ਇਹ ਸਾਡੇ ਤੋਂ ਮਤਲਬ ਕਿ ਘੱਟ ਨੇ ਕਿਉਂਕਿ ਅਸੀਂ ਇਹਨਾਂ ਨੂੰ ਫਤਹ ਕਰਤਾ ਹੈ। ਸੋ ਦੈਟ ਵਾਸ ਦ ਬੇਸਿਕ। ਤੇ ਉਸ ਕਰਕੇ ਔਰ ਉਹਨਾਂ ਦੀਆਂ ਔਰਤਾਂ ਨੂੰ ਇਹ ਹੋਰ ਵੀ ਸਮਝਦੇ ਸੀ ਬਿਕੋਜ਼ ਉਹਨਾਂ ਦੇ ਹਿੱਤ ਚ ਸੀ ਕਿ ਵੀ ਉਹਨਾਂ ਨੂੰ ਰੱਖਿਆ ਜਾਵੇ, ਕਿਉਂਕਿ ਉਹ ਉਹਨਾਂ ਨੂੰ ਐਜ਼ ਵਾਈਵਸ ਤੇ ਯੂਜ਼ ਕਰਨਾ ਚਾਹੁੰਦੇ ਸੀ, ਪਰ ਉਹਨਾਂ ਦੀ ਇਨਫਲੂਐਂਸ ਤੇ ਚਾਹੁੰਦੇ ਨਹੀਂ ਸੀ ਆਪਣੇ ਹਾਂਜੀ, ਇਸੇ ਵਾਸਤੇ ਤੁਸੀਂ ਦੇਖੋ ਨਾ ਜਿੰਨੇ ਵੀ ਵੱਡੇ ਬੰਦੇ ਸਨ ਮਹਾਭਾਰਤ ਦੇ ਜਿਹੜੇ ਵੱਡੇ ਵੱਡੇ ਕਰੈਕਟਰ ਨੇ ਉਹਨਾਂ ਦੀ ਮਾਵਾਂ ਦਾ ਨਾਂ ਨਹੀਂ ਦੱਸਿਆ ਜਾਂਦਾ। ਪਰ ਅਮੇਜ਼ਿੰਗ ਗੱਲ ਤੇ ਇਹ ਹੈ ਕਿ ਬਈ ਇਨਫਲੂਐਂਸ ਆਫ ਵਿਮਨ, ਤੁਸੀਂ ਜਿਸ ਤਰ੍ਹਾਂ ਗੱਲ ਦੱਸ ਰਹੇ ਹੋ, ਇਹ ਜੇ ਮੈਨੂੰ ਸਮਝ ਆਉਂਦੀ ਹੈ ਸਹੀ, ਤੇ ਇਹ ਇਨਫਲੂਐਂਸ ਉਹਨਾਂ ਦੀ ਸਿਵਲਾਈਜੇਸ਼ਨ ਤੇ ਔਰਤਾਂ ਦਾ ਤਾਂ ਬਹੁਤ ਹੋਇਆ, ਕਿਉਂਕਿ ਉਹਨਾਂ ਨੇ ਤੇ ਉਹ in spite of the fact ਉਹਨਾਂ ਨੂੰ ਘੱਟ ਰੱਖਣਾ ਚਾਹੁੰਦੇ ਸੀ, influence of the Meluha women actually created the next generation। ਔਰ ਉਹਨਾਂ ਦੀ ਵਿਚਾਰਧਾਰਾ ਔਰ ਜਿਹਦੇ ਵਿੱਚ ਇਹ ਆਂਦਾ ਹੈਗਾ ਕਿ ਵੀ ਜਿਹੜੀ ਉਹ ਆਪਣੀ ਜਿਹੜੀ ਮਲੂਹਾ ਵਿਚਾਰਧਾਰਾ ਨੂੰ ਲੈ ਕੇ ਆਏ ਨੇ, that was predominant in that time। ਅੱਛਾ, ਇਹਦੇ ਚ ਮੈਂ ਲਿਖਿਆ ਨਹੀਂ ਹੈ ਲੇਕਿਨ ਮੈਂ ਲਿਖ ਦਿਆਂਗਾ ਇਹ ਗੱਲ ਕਿ ਤੁਸੀਂ ਇਹ ਵੇਖੋ ਕਿ ਜਿਹੜਾ ਪੰਜਾਬ ਹੈ ਉਹਦੇ ਵਿੱਚ ਹਰ ਰਿਸ਼ਤੇ ਲਈ ਇੱਕ ਨਾਂ ਬਣਿਆ, ਮਤਲਬ ਮਾਸੀ, ਫੁੱਫੀ, ਚਾਚਾ, ਤਾਇਆ, ਫਿਰ ਅੱਗੇ ਉਹਨਾਂ ਦੇ ਨਿਆਣਿਆਂ ਦੇ ਵੀ ਇੱਕ ਟਾਈਟਲ ਹੁੰਦਾ ਹੈ, ਮੁਮੇਰ, ਚਚੇਰ, ਫਲਾਣਾ ਫਲਾਣਾ। ਠੀਕ, ਇਹ ਜਿਹੜਾ ਹੈ ਯੂਰਪ ਚ ਨਹੀਂ ਹੈਗਾ। ਮੇਰਾ ਇਹ ਹਾਈਪੋਥੇਸਿਸ ਹੈ ਕਿ ਇਹ ਜਿਹੜੀ ਰਿਸ਼ਤਿਆਂ ਦੀ ਆਇਡੈਂਟੀਫਿਕੇਸ਼ਨ ਇੰਨੀ ਮਾਈਨਿਊਟ ਸੀਗੀ, ਇਹ ਵੀ ਜਿਹੜੀ ਹੜੱਪਾ ਦੀਆਂ ਔਰਤਾਂ ਉਹਨਾਂ ਵੱਲੋਂ ਆਈ ਹੋਵੇਗੀ। ਯੂਰਪ ਮਤਲਬ ਜਿਹੜੇ ਆਰੀਆ ਨੇ ਉਹ ਦੋ ਹਿੱਸਿਆਂ ਵਿੱਚ ਵੰਡੇ ਗਏ ਨਾ, ਇੱਕ ਤੇ ਉਹ ਗਏ ਯੂਰਪ ਵੱਲ ਔਰ ਦੂਜੇ ਆਏ ਉਹ ਪੰਜਾਬ ਵੱਲ, ਤੇ ਉਹ ਇੱਕ ਹੀ ਥਾਂ ਤੋਂ, ਸੈਂਟਰਲ ਏਸ਼ੀਆ ਦੀ ਇੱਕ ਹੀ ਜਗ੍ਹਾ ਤੋਂ ਉਹ ਨਿਕਲੇ ਸਨ, ਤੇ ਉਹ ਉਹਨਾਂ ਦੇ ਬਾਕੀ ਹਰ ਚੀਜ਼ ਸਾਂਝੀ ਸੀਗੀ। ਤੇ ਜਦੋਂ ਉਹ ਯੂਰਪ ਚ ਅਗਰ ਚਲੇ ਗਏ ਤੇ ਉੱਥੇ, ਕਿਉਂਕਿ ਯੂਰਪ ਜਿਹੜਾ ਸੀ ਉਸ ਵੇਲੇ, ਉਹ ਯੂਰਪ ਦੇ ਵਿੱਚ ਉਸ ਤਰ੍ਹਾਂ ਦੀ ਕੋਈ ਤਹਿਜ਼ੀਬ ਜਾਂ ਉਸ ਤਰ੍ਹਾਂ ਦੀ ਕੋਈ ਸਿਵਲਾਈਜੇਸ਼ਨ ਦੇ ਨਿਸ਼ਾਨ ਨਹੀਂ ਹੈਗੇ ਜਿਵੇਂ ਕਿ ਹੜੱਪਾ ਸਿਵਲਾਈਜੇਸ਼ਨ ਸੀ, ਕਿਉਂਕਿ ਜਦੋਂ ਆਪਣਾ ਰੋਮਨਾਂ ਨੇ ਯੂਰਪ ਦੇ ਉੱਤੇ ਕਬਜ਼ਾ ਕੀਤਾ ਤੇ ਉਦੋਂ ਜਿਹੜੇ ਯੂਰਪੀ ਸਨ ਉਹ ਅਜੇ ਫੂਡ ਗੈਦਰਿੰਗ ਦੀ ਸਟੇਜ ਤੇ ਸਨ, ਹੰਟਿੰਗ ਦੀ ਸਟੇਜ ਤੇ ਸਨ। ਇਸੇ ਲਈ ਰੋਮਨ ਬੜੇ ਆਸਾਨੀ ਨਾਲ ਉਹਨਾਂ ਉੱਤੇ ਕਾਬਜ਼ ਹੋ ਗਏ ਸਨ। ਜੀ, ਸੋ ਯਾਨੀ ਕਿ ਇਹਨਾਂ ਦੀ ਲੈਂਗੁਏਜ ਜ਼ਿਆਦਾ ਸੀਗੀ ਪ੍ਰੋਗਰੈਸਿਵ ਐਟ ਦੈਟ ਟਾਈਮ, ਮਲੂਹਾ ਦੀ ਜ਼ਿਆਦਾ ਸੀਗੀ ਐਸਟੈਬਲਿਸ਼ਡ ਲੈਂਗੁਏਜ। ਦੇਖੋ ਨਾ ਜੀ, ਉਹਦੀ ਤੁਸੀਂ ਆਪ ਅੰਦਾਜ਼ਾ ਲਾਓ ਨਾ ਕਿ ਇੱਕ ਜਿਹੜੀ ਐਸੀ ਸੁਸਾਇਟੀ ਤੋਂ ਲੋਕ ਆਏ ਨੇ ਜਿਨ੍ਹਾਂ ਦੇ ਵਿੱਚ ਐਗਰੀਕਲਚਰ ਜਿਹੜਾ ਹੈ ਉਹ ਬਹੁਤ ਸੋਫਿਸਟੀਕੇਟਡ ਹੋ ਚੁੱਕਿਆ ਹੈ, ਜਿਨ੍ਹਾਂ ਦੇ ਵਿੱਚ ਟ੍ਰੇਡਿੰਗ ਹੈ ਉਹ ਬਹੁਤ ਸਟੈਬਲਿਸ਼ਡ ਹੈ, ਜਿਵੇਂ ਹੜੱਪੇ ਦੀ ਸਿਵਲਾਈਜੇਸ਼ਨ 'ਚ। ਤੇ ਉਹਨਾਂ ਦੀ ਜ਼ਬਾਨ ਜਿਹੜੀ ਹੈ, ਜ਼ਾਹਰ ਗੱਲ ਹੈ ਉਹਨਾਂ ਦੀਆਂ ਜ਼ਰੂਰਤਾਂ ਦੇ ਮੁਤਾਬਕ ਐਡਵਾਂਸ ਹੋਏਗੀ,
ਤੇ ਜਿਹੜੇ ਆਰੀਆ ਨੇ ਉਹ ਤੇ ਜਦੋਂ ਆਏ ਉਹ ਸਿਰਫ ਪਸ਼ੂ ਪਾਲ ਸਨ, ਗਾਵਾਂ ਪਾਲਦੇ ਸਨ, ਤੇ ਉਹਨਾਂ ਦੀ ਜ਼ੁਬਾਨ ਉਨੀ ਐਡਵਾਂਸ ਨਹੀਂ ਸੀ ਹੋ ਸਕਦੀ। ਇਹ ਆਰਗੂਮੈਂਟ ਹੈ ਮੇਰਾ। ਵੈਸੇ ਉਹ ਜਿਹੜੀ ਮੇਰੀ ਕਿਤਾਬ ਆ ਜਿਹੜੀ ਹੈਗੀ ਆ ਲਿੰਗੁਇਸਟਿਕ ਫੋਲੀਜ਼ ਆਫ ਦ ਸਬ ਕੌਂਟੀਨੈਂਟ, ਉਹਦੇ ਵਿੱਚ ਮੈਂ ਇਹ ਇਸ਼ੂ ਟੈਕਨੀਕਲ ਲੈਵਲ ਤੇ ਵੀ ਕਾਫੀ ਡਿਟੇਲ ਨਾਲ ਡਿਸਕਸ ਕੀਤਾ ਹੈ। ਅਗਰ ਤੁਸੀਂ ਉਹਨੂੰ ਵੇਖੋ ਤੇ ਤੁਹਾਨੂੰ ਉਹਦੇ 'ਚ ਮੈਂ ਕਾਫੀ ਸਾਰੇ ਟੇਬਲ ਵੀ ਦਿੱਤੇ ਨੇ ਇਹ ਆਪਣੀ ਥੀਸਿਸ ਨੂੰ ਸਾਬਤ ਕਰਨ ਲਈ। ਡਾਕਟਰ ਸਾਹਿਬ ਮੈਂ ਗੱਲ ਕਰਾਂ ਜੀ ਬਿਲਕੁਲ ਬਿਲकुल, ਸਭ ਜੋ ਮਰਜ਼ੀ ਕਰੋ। ਪਹਿਲੀ ਗੱਲ ਤੇ ਇਹ ਹੈ ਕਿ ਮੈਂ ਜਸਪਾਲ ਹੋਰਾਂ ਨੂੰ ਮਿਸ ਕਰ ਰਿਹਾ ਕਿ ਉਹਨਾਂ ਨੂੰ ਜ਼ਿਆਦਾ ਇਸ ਚੀਜ਼ ਕੰਟਰੀਬਿਊਸ਼ਨ ਕਰਨੀ ਸੀ, ਪਰ ਜੇ ਅਸੀਂ ਸਟੱਡੀ ਕਰੀਏ ਇਸ ਇਸ਼ੂ ਨੂੰ ਆਲਟਰਨੇਟਿਵ ਮੈਥਡ ਜਿਹਨੂੰ ਅਸੀਂ ਕਹਿੰਦੇ ਆ, ਕੰਪੈਰੀਟਿਵ ਮੈਥਡ ਜਿਹੜੇ ਨੇ ਕਿ ਜਿੱਦਾਂ ਖਾਸ ਕਰਕੇ ਅਮਰੀਕਨ ਜਾਂ ਵਾਈਟਸ ਨੇ ਵੀਅਤਨਾਮ 'ਚ ਜਾ ਕੇ ਹੋਰਨਾਂ ਕੰਟਰੀਜ਼ ਜਾ ਕੇ ਵਿਆਹ ਕਰਵਾਏ ਨੇ, ਉਹਨਾਂ ਦੀਆਂ ਵਾਈਫਸ ਨੇ, ਤੇ ਇੱਥੇ ਆ ਕੇ ਜਿਹੜੀ ਉਹਨਾਂ ਦੀ ਅੱਗੇ ਜਨਰੇਸ਼ਨ ਹੋਈ ਹੈ ਜੀ ਉਹਦੇ 'ਚ ਵੀ ਕਾਫੀ ਇਹ ਐਡਮਿਕਸਚਰ ਆਫ ਕਲਚਰ ਜਿਹੜੀ ਆ ਪਾਈ ਜਾਂਦੀ ਆ। ਜਿੱਦਾਂ ਤੁਸੀਂ ਕਹਿ ਰਹੇ ਨੇ ਕਿ ਮਲੋਹਾ ਤੇ ਆਰੀਆ ਮਿਕਸ ਹੋ ਕੇ ਜੋ ਜਨਰੇਸ਼ਨ ਅੱਗੇ ਬਣਦੀ ਗਈ, ਤੇ ਇੱਥੇ ਮੇਰਾ ਖਿਆਲ ਹੈ ਇਹ ਵੀ ਥੋੜੀ ਜਿਹੀ ਝਲਕ ਅਸੀਂ ਦੇਖ ਸਕਦੇ ਹਾਂ, ਇਸ ਜ਼ਮਾਨੇ 'ਚ ਵੀ ਹੋ ਰਿਹਾ ਹੈ ਥੋੜਾ ਜਿਹਾ। ਠੀਕ, ਲੇਕਿਨ ਇਹ ਮੈਂ ਆਪਣਾ ਅਮਰਜੀਤ ਜੀ ਤੁਹਾਨੂੰ ਇਸ ਸਿਲਸਿਲੇ ਦੇ ਵਿੱਚ ਇੱਕ ਗੱਲ ਜਿਹੜੀ ਹੈ ਉਹ ਪੁਆਇੰਟ ਆਊਟ ਕਰਨਾ ਚਾਹੁੰਦਾ ਹੈ। ਉਹ ਇਹ ਹੈਗੀ ਹੈ ਕਿ ਜਦੋਂ ਦੋ ਸਿਵਲਾਈਜੇਸ਼ਨ ਦੇ ਲੋਕ ਜਿਹੜੇ ਨੇ ਉਹ ਆਪੋ ਵਿੱਚ ਜਦੋਂ ਉਹਨਾਂ ਦਾ ਮੇਲ ਮਿਲਾਪ ਹੁੰਦਾ ਹੈ ਤੇ ਉਹਨਾਂ ਵਿੱਚ ਜਿਹੜੇ ਗਰੁੱਪ ਦੀ ਜਿਹੜੀ ਮੋਡ ਆਫ ਪ੍ਰੋਡਕਸ਼ਨ ਹੈ ਔਰ ਜ਼ਬਾਨ ਔਰ ਵਿਚਾਰਧਾਰਾ ਜਿਹੜੀ ਹੈ ਐਡਵਾਂਸ ਹੁੰਦੀ ਹੈ, ਦੂਜਾ ਗਰੁੱਪ ਉਹਨੂੰ ਅਪਣਾ ਲੈਂਦਾ ਹੈ। ਉਹਦੀ ਮੈਂ ਮਿਸਾਲ ਤੁਹਾਨੂੰ ਦੱਸ ਰਿਹਾ। ਮਿਸਾਲ ਦੇ ਤੌਰ ਦੇ ਉੱਤੇ ਜਿਹੜੇ ਮੁਗਲ ਨੇ ਉਹ ਹਿੰਦੁਸਤਾਨ ਆ ਗਏ। ਜਦੋਂ ਹਿੰਦੁਸਤਾਨ ਆ ਗਏ ਤੇ ਜਦੋਂ ਉਹ ਆਏ ਤੇ ਉਹਨਾਂ ਦਾ ਜਿਹੜਾ ਮੋਡ ਆਫ ਪ੍ਰੋਡਕਸ਼ਨ ਉਹਨਾਂ ਦਾ ਸਾਰਾ ਕੁਝ ਸੀ ਉਹ ਹਿੰਦੁਸਤਾਨ ਨਾਲੋਂ ਬਹੁਤ ਪਿੱਛੇ ਸੀ। ਇਸ ਵਾਸਤੇ ਜਿਹੜੇ ਮੁਗਲ ਨੇ ਉਹ ਆ ਕੇ ਇੱਥੇ ਉਹ ਕੰਪਲੀਟਲੀ ਹਿੰਦੁਸਤਾਨੀ ਹੋ ਗਏ। ਮਤਲਬ ਇਹ ਹੈ ਕਿ ਉਹਨਾਂ ਦਾ ਅਸਰ ਸੈਂਟਰਲ ਏਸ਼ੀਆ ਦੇ ਕਲਚਰ ਦਾ ਉਹਨਾਂ ਨਹੀਂ ਪਿਆ ਜਿੰਨਾ ਕਿ ਮੁਕਾਮੀ ਜਿਹੜੀ ਕਲਚਰ ਸੀ ਉਹਦਾ ਮੁਗਲਾਂ ਤੇ ਅਸਰ। ਲੇਕਿਨ ਅਮਰੀਕਾ ਦੇ ਮਾਮਲੇ ਦੇ ਵਿੱਚ ਇਹ ਹੈ ਕਿ ਜਦੋਂ ਯੂਰਪੀਅਨ ਅਮਰੀਕਾਸ ਦੇ ਵਿੱਚ ਆਏ ਤਾਂ ਯੂਰਪੀਅਨਸ ਬਹੁਤ ਐਡਵਾਂਸ ਸਨ ਪ੍ਰੋਡਕਸ਼ਨ ਪ੍ਰੋਸੈਸਿਸ ਦੇ ਵਿੱਚ, ਮੋਡ ਆਫ ਪ੍ਰੋਡਕਸ਼ਨ ਦੇ ਵਿੱਚ। ਤੇ ਜਿਹੜੇ ਮੁਕਾਮੀ ਇੱਥੇ ਲੋਕ ਸਨ ਆਪਣਾ ਜਿਹੜੇ ਰੈੱਡ ਇੰਡੀਅਨ ਜਿਨ੍ਹਾਂ ਨੂੰ ਹੁਣ ਕਿਹਾ ਜਾਂਦਾ ਹੈ, ਉਹ ਸ਼ਾਇਦ ਉਹਨੇ ਐਡਵਾਂਸ ਨਹੀਂ ਸਨ। ਲਿਹਾਜ਼ਾ ਇੱਥੇ ਜਿਹੜਾ ਹੈ ਉਹ ਯੂਰਪੀਅਨਸ ਨੇ ਡੋਮੀਨੇਟ ਕੀਤਾ। तो सर क्लास हो रही है। अच्छा कितने बजे तक? कोई भी नहीं बैठ जाओ, कर लेना। चल डॉक्टर साहब। हाँ जी जसप्रीत बोल रही हूँ। हाँ जी बोलो। मैं ਨਾਲ ਕੰਮ ਵੀ ਕਰ ਰਹੀ ਹਾਂ, ਸੋ ਬਸ ਇੱਕ ਕੁਇਕ ਕਮੈਂਟ ਸੀ। ਇਹ ਜਿਹੜਾ ਤੁਸੀਂ ਉਹ ਕਹਿੰਦੇ ਰਾਈਜ਼ ਆਫ ਪੈਟਰੀਆਰਕੀ, ਇਹ ਤੁਸੀਂ ਕਹਿ ਸਕਦੇ ਹੋ ਵੀ ਇੱਥੋਂ ਸ਼ੁਰੂ ਹੋਇਆ ਫਿਰ? ਨਹੀਂ, ਹਾਂ ਮਤਲਬ ਇਹ ਹੈ ਕਿ ਜਿਹੜਾ ਲੱਗਦਾ ਇਹ ਹੈ ਕਿ ਹੜੱਪੇ ਸਿਵਲਾਈਜੇਸ਼ਨ ਦੇ ਵਿੱਚ ਪੈਟਰੀਆਰਕੀ ਐਸਟੈਬਲਿਸ਼ ਨਹੀਂ ਸੀ ਹੈਗੀ। ਤੇ ਜਿਹੜੀ ਇਸ ਪੰਜਾਬ ਵਿੱਚ ਜਿਹੜੀ ਪੈਟਰੀਆਰਕੀ ਹੈ ਉਹ ਲੱਗਦਾ ਹੈ ਕਿ ਆਰੀਆਵਾਂ ਦੇ ਆਉਣ ਨਾਲ ਹੋਈ। ਇਹਦੇ ਮੈਂ ਪ੍ਰੂਫ ਜਿਹੜੇ ਨੇ ਉਹ ਵੀ ਆਪਣਾ ਇਸ ਕਿਤਾਬ ਜਿਹੜੀ ਲਿਖ ਰਿਹਾ ਹੁਣ ਇਸ ਮੌਜੂ ਤੇ ਉਹਦੇ ਵਿੱਚ ਮੈਂ ਇਹਦੇ ਪ੍ਰੂਫਸ ਵੀ ਦਿਆਂਗਾ ਕਿ ਆਪਣਾ, ਕਿਉਂਕਿ ਜਿਹੜੇ ਆਰੀਆਵਾਂ ਦੀਆਂ ਜਿਹੜੀਆਂ ਲਿਖਤਾਂ ਨੇ
ਉਹਨਾਂ ਦੇ ਵਿੱਚ ਉਸ ਵੇਲੇ ਦੀ ਔਰਤ ਦੇ ਬਾਰੇ ਚ ਜੋ ਕੁਝ ਕਿਹਾ ਜਾਂਦਾ ਹੈ, ਮੈਂ ਤੁਹਾਨੂੰ ਕੋਈ ਥੋੜੇ ਜਿਹੇ ਆਪਣਾ ਥੋੜੇ ਜਿਹੇ ਇੱਕ ਦੋ ਆਪਣਾ ਜਿਹੜੇ ਨਾ ਕੋਟਸ ਉਹ ਪੜ੍ਹ ਕੇ ਸੁਣਾਉਣਾ ਹੈ, ਮੈਨੂੰ ਕੱਢ ਲੈਣ ਦਿਓ। ਠੀਕ ਹੈ। ਵੈਸੇ ਮੈਂ ਤੁਹਾਡੀ ਥਿਉਰੀ ਨਾਲ ਸਹਿਮਤ ਹਾਂ, ਜਿਵੇਂ ਤੁਸੀਂ ਡਿਸਕ੍ਰਾਈਬ ਕੀਤਾ ਨਾ, ਮਤਲਬ ਜੀ ਕਾਫੀ ਹੱਦ ਤੱਕ ਇੱਕ ਲੌਜੀਕਲ ਲੱਗਦੀ ਹੈ। ਅੱਛਾ ਜੀ, ਇਹ ਕੋਟ ਹੈ, ਉਹ ਕਹਿੰਦੇ ਨੇ ਕਿ ਉਹਨਾਂ ਦੀਆਂ ਔਰਤਾਂ ਯਾਨੀ ਜਿਹੜੇ ਮੁਕਾਮੀ ਲੋਕ ਨੇ, ਉਹਨਾਂ ਦੀਆਂ ਔਰਤਾਂ ਸ਼ਰਾਬ ਪੀ ਕੇ, ਅੱਛਾ ਪਹਿਲੇ ਇਹ ਕੋਟ ਸੁਣ ਲਓ, ਜਿੱਥੇ ਉਹਨਾਂ ਨੂੰ ਮਹਾਸ ਭਾਈ ਪਰਮਾਨੰਦ ਜੀ ਆਪ ਲਿਖਦੇ ਹਨ, ਇਹ ਮੈਂ ਕੋਟ ਦੇ ਰਿਹਾ ਤੁਹਾਨੂੰ। ਆਪਣੀ ਰਸਮ ਮੁਤਾਬਕ ਇਹਨਾਂ ਯਾਨੀ ਮੁਕਾਮੀ ਹੜੱਪੀਆਂ ਦੀ ਰੰਡੀ ਯਾਨੀ ਬੇਵਾ ਛੋਟੇ ਭਰਾ ਨਾਲ ਵਿਆਹ ਕਰ ਲੈਂਦੀ ਸੀ, ਤੇ ਇਹ ਲੋਕ ਹਰ ਰਸਮ ਤੇ ਨੱਚਦੇ ਤੇ ਸ਼ਰਾਬ ਪੀਂਦੇ ਸਨ। ਇਹਨਾਂ ਵਿੱਚ ਜ਼ਾਤ ਪਾਤ ਦਾ ਨਿਜ਼ਾਮ ਮੁੱਢੋਂ ਨਹੀਂ ਸੀ, ਯਾਨੀ ਮੁਕਾਮੀ ਲੋਕਾਂ 'ਚ। ਆਰੀਆ ਉਹਨਾਂ ਨਾਲ ਨਫ਼ਰਤ ਕਰਦੇ ਸਨ। ਆਰੀਆਵਾਂ ਨੇ ਉਹਨਾਂ ਨੂੰ ਫਤਹ ਕਰਕੇ ਜੰਗਲਾਂ ਵੱਲ ਨਸਾ ਦਿੱਤਾ, ਆਪਣਾ ਗੁਲਾਮ ਬਣਾ ਲਿਆ। ਮਨੂ ਸਮਰਤੀ ਵਿੱਚ ਉਹਨਾਂ ਨੂੰ ਚੰਡਾਲ ਕਿਹਾ ਗਿਆ ਹੈ, ਤੇ ਉਹਨਾਂ ਨੂੰ ਸਦਾ ਗੁਲਾਮੀ ਵਿੱਚ ਰੱਖਣ ਲਈ ਸਖਤ ਕਾਨੂੰਨ ਬਣਾਏ ਗਏ ਸਨ। ਇਹ ਮੈਂ ਕੋਟ ਕਰ ਰਿਹਾ। ਵੇਦਾਂ ਵਿੱਚ ਉਹਨਾਂ ਨੂੰ ਸ਼ਤਰੂ ਯਾਨੀ ਦੁਸ਼ਮਣ ਜਾਂ ਦਸਿਓ ਗੁਲਾਮ ਕਿਹਾ ਗਿਆ ਹੈ। ਉਹਨਾਂ ਦਾ ਜ਼ਿਕਰ ਫੀਨੀ ਨੱਕ ਯਾਨੀ ਚਪਟੀ ਨੱਕ ਦੇ ਤੌਰ ਤੇ ਦੱਸਿਆ ਗਿਆ ਹੈ। ਉਹਨਾਂ ਨੂੰ ਮਾਰਨ ਤੇ ਫਤਹ ਕਰਨ ਦੀਆਂ ਦੁਆਵਾਂ ਮੰਗੀਆਂ ਗਈਆਂ ਹਨ। ਇੰਦਰ ਉਹਨਾਂ ਨੂੰ ਤਬਾਹ ਤੇ ਹੱਥਲ ਕਰਨ ਵਾਲਾ ਹੈ। ਇਹ ਲੋਕ ਮਕਾਨਾਂ ਤੇ ਕਸਬਿਆਂ ਵਿੱਚ ਰਹਿੰਦੇ ਹੁੰਦੇ ਸਨ। ਵੇਦ ਵਿੱਚ ਆਉਂਦਾ ਹੈ ਜੋ ਇੰਦਰ ਨੇ ਇਹਨਾਂ ਉਸਰਵਾਂ ਦੇ ਕਸਬੇ ਬਰਬਾਦ ਕੀਤੇ। ਇਹ ਰਾਖਸ਼ ਬੜੀ ਦੌਲਤ ਵਾਲੇ ਸਨ। ਉਹਨਾਂ ਦੇ 7 ਬੁਰਜ ਤੇ 90 ਕਿਲੇ ਸਨ। ਆਰੀਆਵਾਂ ਦਾ ਰੰਗ ਚਿੱਟਾ ਤੇ ਮੁਹਾਂਦਰਾ ਬੜਾ ਸੋਹਣਾ ਸੀ, ਮਤਲਬ ਦੂਜਿਆਂ ਦਾ ਜਿਹੜਾ ਸੀ ਉਹ ਖਰਾਬ ਸੀ। ਅੱਛਾ, ਫਿਰ ਮੈਂ ਤੁਹਾਨੂੰ ਇੱਕ ਹੋਰ ਕੋਟ ਪੜ੍ਹਨਾ ਔਰਤਾਂ ਦੇ ਬਾਰੇ ਚ। ਉਹਨਾਂ ਦੀਆਂ ਔਰਤਾਂ ਸ਼ਰਾਬ ਪੀ ਕੱਪੜੇ ਲਾ ਕੇ ਘਰਾਂ ਤੇ ਸ਼ਹਿਰਾਂ ਤੋਂ ਬਾਹਰ ਹੱਸਦੀਆਂ ਤੇ ਨੱਚਦੀਆਂ ਹਨ। ਉਹ ਜੁਫਤੀ ਹੋਣ ਵੇਲੇ ਯਾਨੀ ਸੈਕਸੁਅਲ ਇੰਟਰਕੋਰਸ ਵੇਲੇ, ਉਹ ਜੁਫਤੀ ਹੋਣ ਵੇਲੇ ਕਿਸੇ ਤਰ੍ਹਾਂ ਝੱਕਦੀਆਂ ਨਹੀਂ। ਦੂਜਿਆਂ ਮਾਮਲਿਆਂ ਵਿੱਚ ਵੀ ਉਹ ਮਨ ਮਰਜ਼ੀ ਕਰਦੀਆਂ ਹਨ। ਅੱਛਾ, ਇੱਥੇ ਮੈਂ ਪਾਨੀਨੀ ਜਿਹੜਾ ਵੱਡਾ ਗ੍ਰਾਮੈਟੀਸ਼ੀਅਨ ਆ ਉਹਦਾ ਕੋਟ ਦੇ ਰਿਹਾ। ਵਾਹਿਕਾ ਯਾਨੀ ਪੰਜਾਬ ਨੂੰ ਵਾਹਿਕਾ ਵੀ ਕਹਿੰਦੇ ਸਨ, ਪੰਜਾਬ ਦਾ ਪੁਰਾਣਾ ਨਾਮ। ਵਾਹਿਕਾ 5 ਦਰਿਆਵਾਂ ਦਾ ਅਜਿਹਾ ਮੁਲਕ ਹੈ ਜਿਹੜਾ ਆਰੀਆਵਾਂ ਦੀ ਸਮਾਜੀ ਹੱਦਾਂ ਤੋਂ ਬਾਹਰ ਹੈ, ਯਾਨੀ ਉਹਨਾਂ ਦੀ ਸੋਸ਼ਲ ਤੋਂ ਬਾਹਰ ਹੈ। ਇਹ ਮਜ਼ਹਬ ਤੋਂ ਵੀ ਵਾਂਝੇ ਹਨ, ਯਾਨੀ ਇਹਨਾਂ ਦਾ ਕੋਈ ਮਜ਼ਹਬ ਵੀ ਨਹੀਂ ਹੈਗਾ, ਜਿਹਨੂੰ ਨਿਸ਼ਾ ਧਰਮਾ ਉਹਨਾਂ ਨੇ ਕਿਹਾ। ਤੇ ਇਹ ਮਿਲਾਵਟੀ ਯਾਨੀ ਅਸੂਚੀ ਲੋਕ ਹੈ। ਠੀਕ ਹੈ ਜੀ, ਮੈਂ ਸਿਰਫ ਵਿੱਚੋਂ ਤੁਹਾਨੂੰ ਅੱਛਾ ਇੱਥੇ ਮੈਂ ਤੁਹਾਨੂੰ ਅੱਛਾ ਉਸ ਖੈਰ ਇੰਨੀ ਮੇਰੇ ਖਿਆਲ ਕਾਫੀ ਹੈ। ਬਾਕੀ ਮੈਂ ਕਈ ਬਹੁਤ ਸਾਰੇ ਕੋਟ ਨੇ ਜਿਹੜੇ ਇਸ ਪੱਖ ਤੇ ਮੈਂ ਦਿੱਤੇ ਹੋਏ ਨੇ, ਤੇ ਲੇਕਿਨ ਇਹ ਹੈ ਕਿ ਇੰਨੇ ਕੋਟ ਕਾਫੀ ਨੇ ਕਿ ਜਿਹੜੇ ਆਰੀਆ ਨੇ ਉਹ ਕਿਵੇਂ ਪੰਜਾਬ ਦੇ ਲੋਕਾਂ ਨੂੰ ਇਨ ਜਨਰਲ ਘਟੀਆ ਗੈਰ ਮਜ਼ਹਬੀ ਮੰਨਦੇ ਸਨ, ਔਰ ਮੁਕਾਮੀ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਜੋ ਸਮਝਦੇ ਸਨ ਉਹ ਮੈਂ ਤੁਹਾਨੂੰ ਕੋਟ ਵਿੱਚ ਪੜ੍ਹ ਕੇ ਦੱਸਿਆ।
ਸਰ ਇਹ ਚਾਦਰ ਪਾਉਣ ਦਾ ਜਿਹੜਾ ਰਿਵਾਜ ਸੀ ਪੰਜਾਬ 'ਚ ਤਾਂ ਕਾਫੀ ਦੇਰ ਰਿਹਾ ਨਹੀਂ ਹਾਲ, ਮਤਲਬ ਕਿ ਕਾਫੀ ਦੇਰ ਤੱਕ ਰਿਹਾ, ਜਿਹੜਾ ਕਿ ਵੀ ਛੋਟਾ ਭਰਾ ਇਹ ਤੇ ਹੜੱਪੇ ਤੋਂ ਆਇਆ ਹੈ ਨਾ। ਹਾਂ ਉਹੀ ਨਾ, ਤਾਂ ਬੇਸਿਸ ਉੱਥੋਂ ਸ਼ੁਰੂ ਹੋਇਆ। ਜੀ ਆ ਬਿਲਕੁਲ। ਇਹੋ ਤਾਂ ਕਹਿ ਰਹੇ ਨੇ ਕਿ ਇਹ ਆਪਣੇ ਭਰਾ ਦੀ ਜਿਹੜੀ ਵਿਡੋ ਹੈ ਉਹਦੇ ਨਾਲ ਸ਼ਾਦੀ ਕਰ ਲੈਂਦੇ ਨੇ। ਇਹ ਫਿਰ ਡਾਕਟਰ ਸਾਹਿਬ ਇਹ ਤਾਂ ਆਈ ਥਿੰਕ ਨਾਟ ਜਸਟ ਪੰਜਾਬ ਐਂਡ ਆਰੀਅਨਸ, ਇਹ ਆਪਾਂ ਜੇ ਸਾਰੀ ਹਿਸਟਰੀ ਦੇਖੀਏ ਵਰਲਡ ਓਵਰ, ਜਿਹੜਾ ਵੀ ਇਨਵੇਡਰ ਆਇਆ ਹੈ ਤੇ ਉਹਨੇ ਦੂਜੇ ਨੂੰ ਸਪਰੈਸ ਕੀਤਾ ਹੈ, ਤੇ ਇਹ ਬਿਲਕੁਲ ਉਹਦੇ ਨਾਲ ਜੇ ਕੰਪੈਰੀਟਿਵ ਸਟੱਡੀ ਜਿਵੇਂ ਤੁਸੀਂ ਸਾਨੂੰ ਸਿਖਾਉਂਦੇ ਹੋ ਜੇ ਆਪਾਂ ਕਰੀਏ ਤਾਂ ਇਹ ਹਰ ਇੱਕ ਚੀਜ਼ ਸਾਊਥ ਅਮਰੀਕਾ 'ਚ ਆਪਾਂ ਦੇਖਿਆ, ਆਪਣੇ ਅਮਰੀਕਾ ਜਿੱਥੇ ਅਸੀਂ ਰਹਿੰਦੇ ਹਾਂ, ਜਿਹੜੇ ਨੇਟਿਵ ਇੰਡੀਅਨਸ ਹੈ ਹੁਣ ਇਹਨਾਂ ਦੀ ਰਿਜ਼ਰਵੇਸ਼ਨਸ ਬਣੀਆਂ ਹੋਈਆਂ, ਇਹ ਵੀ ਤਾਂ ਹੁਣ ਸੌਰਟ ਆਫ ਆਪਣੀਆਂ ਜ਼ਮੀਨਾਂ ਤੋਂ ਉੱਠ ਕੇ ਉੱਥੇ ਜਿਵੇਂ ਸੌਰਟ ਆਫ ਸਕਲੂਡ ਕਰ ਦਿੱਤਾ ਗਿਆ, ਰਾਈਟ? ਇਹ ਤਾਂ ਸਾਰੀ ਦੁਨੀਆ ਦੀ ਤਾਰੀਖ ਦੀ ਹਿਸਟਰੀ ਹੋ ਗਈ ਫਿਰ, ਰਾਈਟ? ਲੇਕਿਨ ਜਿਹੜਾ ਫਰਕ ਸੀ ਨਾ ਪੰਜਾਬ ਦਾ, ਉਸ ਵੇਲੇ ਜਿਹੜਾ ਪੰਜਾਬ ਦਾ ਫਰਕ ਇੰਨਾ ਇਹ ਜਿਹੜੀ ਸਿਚੁਏਸ਼ਨ ਹੈ ਅਮਰੀਕਾ ਦੀ ਉਹਦੇ ਨਾਲੋਂ ਵੱਖ ਇੰਝ ਸੀ ਕਿ ਪੰਜਾਬ ਦਾ ਜਿਹੜਾ ਮੋਡ ਆਫ ਪ੍ਰੋਡਕਸ਼ਨ ਸੀ ਉਹ ਬਹੁਤ ਐਡਵਾਂਸ ਸੀ ਆਰੀਆਵਾਂ ਨਾਲੋਂ। ਲਿਹਾਜ਼ਾ ਆਰੀਆ ਜਿਹੜੇ ਨੇ ਉਹਨਾਂ ਨੂੰ ਮੁਕਾਮੀ ਜਿਹੜੀ ਸਿਵਲਾਈਜੇਸ਼ਨ ਸੀ ਉਹਨੇ ਜ਼ਿਆਦਾ ਇਫੈਕਟ ਕੀਤਾ ਤੇ ਆਰੀਆਵਾਂ ਨੇ ਉਹਨਾਂ ਇਫੈਕਟ ਨਹੀਂ ਕੀਤਾ। ਇਹ ਮੈਂ ਕਹਿ ਰਿਹਾ। ਮੈਨੂੰ ਸਮਝ ਨਹੀਂ ਆਈ, ਇਹਨੂੰ ਇੱਕ ਵਾਰੀ ਦੁਬਾਰਾ ਦੱਸੋਗੇ? ਮੈਂ ਇਹ ਕਹਿ ਰਿਹਾ ਕਿ ਕਿਉਂਕਿ ਜਦੋਂ ਆਰੀਆ ਪੰਜਾਬ ਚ ਆਏ ਤੇ ਪੰਜਾਬ ਦਾ ਜਿਹੜਾ ਮੋਡ ਆਫ ਪ੍ਰੋਡਕਸ਼ਨ ਜਿਹੜਾ ਕਿ ਐਗਰੀਕਲਚਰ ਜਿੱਥੇ ਕਿ ਬਹੁਤ ਸੋਫਿਸਟੀਕੇਟਡ ਲੈਵਲ ਤੇ ਪਹੁੰਚ ਚੁੱਕਿਆ ਸੀ, ਟ੍ਰੇਡ ਹੋ ਰਿਹਾ ਸੀ। ਬਾਈ ਦਾ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਕਿ ਡੀ ਕੋਸਾਂਬੀ ਇਹ ਕਹਿੰਦਾ ਹੈ ਕਿ ਜਿਹੜੀ ਹਰਪਾ ਸਿਵਲਾਈਜੇਸ਼ਨ ਹੈ ਉਹਦੀ ਮਾਡਰਨ ਪੀਰੀਅਡ ਤੱਕ ਦੋ ਚੀਜ਼ਾਂ ਬਚੀਆਂ ਨੇ। ਇੱਕ ਤੇ ਵਜ਼ਨ ਤੋਲਣ ਦੇ ਜਿਹੜੇ ਵੱਟੇ ਨੇ, ਮਾਪ ਜਿਹੜੇ ਨੇ, ਇਹ ਹੜੱਪਾ ਸਿਵਲਾਈਜੇਸ਼ਨ ਤੋਂ ਆਏ ਨੇ ਬਕੌਲ ਡੀ ਕੋਸਾਂਬੀ ਦੇ। ਔਰ ਦੂਜਾ ਜਿਹੜੀ ਟ੍ਰੇਡਿੰਗ ਹੈ, ਟ੍ਰੇਡਿੰਗ ਦੀਆਂ ਜਿਹੜੀਆਂ ਟੈਕਨੀਕਸ ਨੇ ਉਹ ਵੀ ਹੜੱਪਾ ਸਿਵਲਾਈਜੇਸ਼ਨ ਤੋਂ ਆਈਆਂ ਨੇ। ਅੱਛਾ, ਮੈਂ ਕਹਿ ਇਹ ਰਿਹਾ ਆਪਣਾ ਜਸਪ੍ਰੀਤ ਕਿ ਜਿਹੜੀ ਹੜੱਪਾ ਸਿਵਲਾਈਜੇਸ਼ਨ ਦੇ ਲੋਕ ਸਨ ਉਹ ਕਈਆਂ ਪੱਖਾਂ ਤੋਂ ਆਉਣ ਵਾਲਿਆਂ ਨਾਲੋਂ ਬਹੁਤ ਅੱਗੇ ਸਨ। ਤੇ ਮੈਂ ਇਹ ਕਿਹਾ ਵਾ ਕਿ ਜਦੋਂ ਦੋ ਸਟਾਕ ਜਿਹੜੇ ਲੋਕਾਂ ਦੇ ਮਿਲਦੇ ਨੇ ਉਹਨਾਂ ਵਿੱਚ ਅਸਰ ਬਹੁਤਾ ਉਹਦਾ ਹੁੰਦਾ ਹੈ ਜਿਹੜਾ ਕਿ ਅੱਗੇ ਹੁੰਦਾ ਹੈ। ਤੇ ਇਹ ਹੋ ਸਕਦਾ ਹੈ ਕਿ ਆਉਣ ਵਾਲਾ ਉਹਨਾਂ ਨੂੰ ਇੱਕ ਹਕੂਮਤ ਦੀ ਪੱਧਰ ਦੇ ਉੱਤੇ ਉਹਨਾਂ ਨੂੰ ਗੁਲਾਮ ਬਣਾ ਕੇ ਰੱਖੇ, ਲੇਕਿਨ ਉਹ ਜਿਹੜਾ ਹਕੂਮਤ ਕਰ ਰਹੇ ਹੁੰਦੇ ਨੇ ਉਹਨਾਂ ਨੂੰ ਵੀ ਲੋਕਾਂ ਦੀ ਆਈਡੀਓਲੋਜੀ ਅਪਣਾਉਣੀ ਪੈਂਦੀ ਹੈ ਤਾਂ ਕਿ ਲੋਕਾਂ ਨੂੰ ਪੈਸੇ ਹੋਏ ਰੱਖਿਆ ਜਾ ਸਕੇ, ਜਿਵੇਂ ਮੁਗਲਾਂ ਨੇ ਕੀਤਾ। ਮਤਲਬ ਤੁਸੀਂ ਅਕਬਰ ਦੀ ਮਿਸਾਲ ਲਓ ਨਾ ਕਿ ਉਹਨੇ ਤੇ ਹਿੰਦੂਆਂ ਵਿੱਚ ਸ਼ਾਦੀਆਂ ਵੀ ਕਰ ਲਈਆਂ ਔਰ ਉਹਨੇ ਦੀਨੇ ਅਲਾਈ ਜਿਹੜਾ ਉਹਦਾ ਕਹਿੰਦੇ ਨੇ ਉਹ ਇਸਲਾਮ ਤੇ ਹਿੰਦੂ ਮਤ ਨੂੰ ਰਲਾ ਕੇ ਉਹਨੇ ਮਜ਼ਹਬ ਬਣਾਉਣ ਦੀ ਕੋਸ਼ਿਸ਼ ਕੀਤੀ। ਤੇ ਇਸ ਮਿਸਾਲ ਤੋਂ ਤੁਹਾਨੂੰ ਇਹ ਤੁਸੀਂ ਨਤੀਜਾ ਕੱਢੋ ਕਿ ਕਿਵੇਂ ਆਉਣ ਵਾਲੇ ਜਿਹੜੇ ਨੇ ਉਹ ਉੱਥੋਂ ਦੀ ਅੱਗੇ ਵਧੂ ਤਹਿਜ਼ੀਬ ਕੋਲੋਂ ਮੁਤਸਰ ਹੁੰਦੇ ਨੇ, ਮੀਨਿੰਗ ਉਹਨਾਂ ਇਫੈਕਟ ਹੁੰਦੇ। ਠੀਕ ਹੈ ਜੀ, ਸਮਝ ਆ ਗਈ, ਵੈਰੀ ਗੁੱਡ। ਹਾਂਜੀ, ਹੋਰ ਕੋਈ? ਮੈਂ ਕੋਈ ਤੁਹਾਨੂੰ ਜ਼ਬਰਦਸਤੀ ਨਹੀਂ ਬੁਲਾਉਣਾ ਚਾਹੁੰਦਾ। ਜੇ ਹੋਰ ਕੋਈ ਸਵਾਲ ਨਹੀਂ ਹੈਗਾ ਤੇ ਅਸੀਂ ਇੱਥੇ ਕਨਕਲੂਡ ਕਰ ਸਕਦੇ ਹਾਂ, ਕੋਈ ਜ਼ਰੂਰੀ ਨਹੀਂ ਹੈਗਾ। ਸਰ ਮੇਰਾ ਇੱਕ ਛੋਟਾ ਜਿਹਾ ਪੁਆਇੰਟ ਸੀ, ਕੁਐਸਚਨ ਵੀ ਹੈ। ਜੀ ਪੁੱਛੋ। ਕਿ ਪਿਛਲੀ ਕਲਾਸ 'ਚ ਅਸੀਂ ਗੱਲ ਕਰ ਰਹੇ ਸਾਂ ਕਿ ਕਿਸ ਤਰ੍ਹਾਂ ਦੋ ਜਿਹੜੇ ਮਜ਼ਹਬ ਸਨ, ਜੈਨ ਤੇ ਬੁੱਧ ਮਤ, ਉਹਨਾਂ ਦਾ ਇਨਫਲੂਐਂਸ ਸੀ। ਤੇ ਇਹ ਜਿਹੜੀ ਤੁਸੀਂ ਇਸ ਕਲਾਸ 'ਚ ਮੈਂਸ਼ਨ ਕੀਤਾ ਕਿ ਕਿਸ ਤਰ੍ਹਾਂ ਸਪੈਸ਼ਲੀ ਇਹ ਪੈਟਰੀਆਰਕੀ ਦੀ ਜਿਹੜੀ ਰਾਈਜ਼ ਹੈ, ਕਿਸ ਤਰ੍ਹਾਂ ਔਰਤਾਂ ਜਿਹੜੀਆਂ ਸਨ ਉਹਨਾਂ ਨੂੰ ਪਿੱਛੇ ਕਰਤਾ ਗਿਆ, ਉਹ ਸਾਰੇ ਦੇ ਅੰਦਰ ਉਹ ਮਜ਼ਹਬ ਜਿਹੜੇ ਸਨ ਲੋਕਲ, ਉਹਨਾਂ ਦਾ ਕੀ ਰੋਲ ਸੀ? ਕਿਆ ਉਹਨਾਂ ਨੇ ਮਜ਼ਹਬ ਨੂੰ ਵੀ ਤੋੜ ਮੋੜ ਕੀਤਾ? ਇਹ ਲੋਕਲ ਦਾ ਤੇ ਮਜ਼ਹਬ ਹੈ ਹੀ ਨਹੀਂ ਸੀ ਕੋਈ। ਜਿਹੜਾ ਲੱਗਦਾ ਹੈ ਉਹ ਇਹ ਲੱਗਦਾ ਹੈ ਕਿ ਜਿਹੜੀ ਪੈਟਰੀਆਰਕੀ ਹੈ, ਪੈਟਰੀਆਰਕੀ ਦੀ ਜਿਹੜੀ ਬਹੁਤ ਐਕਸਟ੍ਰੀਮ ਸ਼ਕਲ ਹੈ ਉਹ ਪੰਜਾਬ ਵਿੱਚ ਤੇ ਮਤਲਬ ਮਾਡਰਨ ਪੀਰੀਅਡਸ ਤੱਕ ਨਹੀਂ ਆ ਸਕੀ। ਜਿਹੜੀ ਪੈਟਰੀਆਰਕੀ ਹੈ ਉਹਦੀ ਜਿਹੜੀ ਸਭ ਤੋਂ ਭੈੜੀ ਸ਼ਕਲ ਉਹ ਗੰਗਾ ਜਮਨਾ ਵੈਲੀ ਵਿੱਚ ਆਈ।
ਜਿੱਥੇ ਬ੍ਰਹਮਣਵਾਦ ਦਾ ਜ਼ੋਰ ਸੀਗਾ, ਕਿਉਂਕਿ ਉਹ ਬ੍ਰਹਮਣਵਾਦੀਆਂ ਨੇ ਬੇਸਿਕਲੀ ਉਹ ਆਰੀਆਵਾਂ ਨੇ ਜਿਹੜੇ ਮੁਕਾਮੀ ਲੋਕ ਸਨ ਉਹਨਾਂ ਦੀ ਲੇਬਰ ਯੂਜ਼ ਕਰਕੇ ਤੇ ਉਹ ਉੱਥੇ ਉਹਨੂੰ ਆਬਾਦ ਕੀਤਾ ਸੀ ਗੰਗਾ ਜਮਨਾ ਵੈਲੀ ਨੂੰ। ਤੇ ਚੂੰਕਿ ਉੱਥੇ ਫਸਲਾਂ ਵੀ ਚੰਗੀਆਂ ਹੁੰਦੀਆਂ ਸਨ ਤੇ ਜਿਹੜੀ ਵਰਕਿੰਗ ਫੋਰਸ ਸੀ ਉਹ ਵੀ ਗੁਲਾਮ ਸੀ, ਤੇ ਇਸ ਵਾਸਤੇ ਉਹਨਾਂ ਦੀ ਜਿਹੜੀ ਕੈਪੀਟਲ ਅਕੂਮੂਲੇਸ਼ਨ ਉਹ ਬਹੁਤ ਤੇਜ਼ ਹੋਈ। ਉਹਦੀ ਤੁਹਾਨੂੰ ਮਿਸਾਲ ਇਵੇਂ ਇੰਝ ਦੱਸਣਾ ਹੈ ਕਿ ਅਮਰੀਕਾ ਦੇ ਸਾਊਥ ਦੇ ਵਿੱਚ ਜਿਹੜੀ ਅਮਰੀਕਾ ਦੇ ਵਿੱਚ ਕਿਉਂਕਿ ਇਹਨਾਂ ਨੇ ਅਫਰੀਕਾ ਤੋਂ ਗੁਲਾਮ ਲਿਆ ਕੇ ਤੇ ਉਹਨਾਂ ਕੋਲੋਂ ਪ੍ਰੋਡਕਸ਼ਨ ਕਰਵਾਈ, ਇਸ ਲਈ ਜਿਹੜਾ ਰੇਟ ਆਫ ਕੈਪੀਟਲ ਅਕੂਮੂਲੇਸ਼ਨ ਸੀ ਅਮਰੀਕਾ ਦੇ ਵਿੱਚ ਉਹ ਬਹੁਤ ਜ਼ਿਆਦਾ ਸੀ। ਕਿਉਂਕਿ ਜਿਹੜਾ ਗੁਲਾਮ ਹੈ ਉਹਨੂੰ ਤੇ ਤੁਸੀਂ ਮੁਸ਼ਕਿਲ ਨਾਲ ਰੋਟੀ ਖਾਣ ਨੂੰ ਦਿੰਦੇ ਹੋ, ਯਾਨੀ ਉਹ ਕੰਮ ਕਰਦਾ ਰਹੇ। ਤੇ ਬਾਕੀ ਜਗ੍ਹਾ ਤੇ ਇਵੇਂ ਨਹੀਂ ਸੀ ਨਾ ਹੈਗਾ। ਬਾਕੀ ਜਗ੍ਹਾ ਤੇ ਜਿਹੜੇ ਲੋਕ ਸਨ ਉਹ ਉਸੇ ਸਟਾਕ ਦੇ ਸਨ ਤੇ ਉਹ ਆਪਣੇ ਹੱਕ ਵੀ ਮੰਗਦੇ ਸਨ। ਲੇਕਿਨ ਅਮਰੀਕਾ ਦੀ ਤੁਹਾਨੂੰ ਮਿਸਾਲ ਦੇ ਕੇ ਗੱਲ ਦੱਸ ਰਿਹਾ। ਤੇ ਸਰ ਉਸ ਵਕਤ ਮਜ਼ਹਬ ਦੀ ਕੀ ਸ਼ੇਪ ਬਣਦੀ ਸੀ ਪਈ ਕਿੱਥੇ? ਇਹ ਜਦੋਂ ਇਹ ਸਭ ਕੁਝ ਹੋ ਰਿਹਾ ਸੀ, ਜਦੋਂ ਔਰਤਾਂ ਜਿਹੜੀਆਂ ਸਨ ਉਹਨਾਂ ਨੂੰ ਐਜ਼ ਅ ਦੇਖੋ ਨਾ ਗੁਲਾਮ ਸਮਝ ਲਓ। ਜਿਹੜੀ ਕਿਉਂਕਿ ਹੜੱਪੇ ਸਿਵਲਾਈਜੇਸ਼ਨ ਦੇ ਵਿੱਚ ਪਟਿਆਰਕੀ ਨਹੀਂ ਸੀ ਹੈਗੀ, ਤੇ ਇਸ ਵਾਸਤੇ ਜਿਹੜੀ ਬੁੱਧ ਮਤ ਹੈ, ਬੁੱਧ ਮਤ ਦਾ ਪਾਪੂਲਰ ਹੋਣਾ ਇਸ ਗੱਲ ਦੀ ਜਿਹੜੀ ਹੈ ਉਹ ਸਬੂਤ ਸੀ ਕਿ ਇੱਥੋਂ ਦੇ ਲੋਕ ਚੂੰਕਿ ਪਟਿਆਰਕ ਨੂੰ ਨਹੀਂ ਸੀ ਉਹਨਾਂ ਮੰਨਦੇ, ਇਸ ਲਈ ਵੀ ਉਹਨਾਂ ਨੂੰ ਬੁੱਧ ਮਤ ਕਾਬਿਲ ਕਬੂਲ ਸੀ। ਕਿਉਂਕਿ ਬੁੱਧ ਮਤ ਦੇ ਵਿੱਚ ਔਰਤ ਮਰਦ ਨੂੰ ਇੱਕੋ ਜਿਹਾ ਮੰਨਿਆ ਜਾਂਦਾ ਹੈ। ਬਾਈ ਦਾ ਵੇ ਜਿਹੜਾ ਖੁਦ ਮਹਾਤਮਾ ਬੁੱਧ ਸੀ ਉਹਦੀ ਸ਼ਾਦੀ ਜਿਹੜੀ ਹੈ ਉਹ ਆਪਣੀ ਫਸਟ ਕਜ਼ਨ ਨਾਲ ਹੋਈ ਸੀ। ਇਹ ਮੈਂ ਤੁਹਾਨੂੰ ਦਿਲਚਸਪ, ਹਾਂਜੀ, ਉਹਦੀ ਫਸਟ ਕਜ਼ਨ ਨਾਲ ਹੋਈ ਸੀ ਸ਼ਾਦੀ। ਹਾਂਜੀ, ਕੋਈ ਹੋਰ ਸਵਾਲ? ਡਾਕਟਰ ਸਾਹਿਬ ਇੱਕ ਦੱਸੋ ਕਿ ਪੈਟਰੀਆਰਕੀ ਤੋਂ ਪਹਿਲਾਂ ਜਦੋਂ ਲੇਡੀਜ਼ ਦਾ ਸਾਰਾ ਜ਼ੋਰ ਸੀ ਔਰ ਖੇਤੀ ਚ ਕਰਦੀਆਂ ਸੀ ਔਰ ਬਹੁਤੀਆਂ ਲੜਾਈ ਝਗੜੀਆਂ ਨਹੀਂ ਸੀ ਹੁੰਦੇ, ਇਹ ਉਹਨਾਂ ਦੀ ਇੱਕ ਕਿਸਮ ਦੀ ਕਹਿ ਸਕਦੇ ਹਾਂ ਕਿ ਵੀਕਨੈਸ ਸੀ ਕਿ ਉਹਨਾਂ ਨੇ ਕੋਈ ਮਾਰ-ਖੋਰ ਐਸੇ ਜਿਹੇ ਤਰੀਕੇ ਨਹੀਂ ਅਪਣਾਏ ਜਾਂ ਡਿਵੈਲਪ ਨਹੀਂ ਕੀਤੇ, ਔਰ ਜਿਹੜੇ ਵੀ ਲੋਕੀ ਬਾਹਰੋਂ ਆਏ ਉਹ ਤਕੜੇ ਹੋਣ ਦੇ ਕਰਕੇ ਉਹਨਾਂ ਤੇ ਹਮੇਸ਼ਾ ਹੀ ਗਾਲਿਬ ਹੋ ਗਏ, ਜਲਦੀ ਹੋ ਗਏ। ਦੇਖੋ ਨਾ ਜਿਹੜੀਆਂ ਔਰਤਾਂ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਦੇਖੋ ਜਿਹੜੀ ਹੈਗੀ ਹੈ ਨਾ ਵਾਇਲੈਂਸ, ਉਹ ਉਦੋਂ ਯੂਜ਼ ਹੁੰਦਾ ਹੈ ਜਦੋਂ ਤੁਸੀਂ ਕਿਸੇ ਨੂੰ ਦਬਾ ਕੇ ਰੱਖਣਾ ਹੋਵੇ ਤੇ ਤੁਹਾਨੂੰ ਡਰ ਹੋਵੇ ਕਿ ਇਹ ਮੇਰੇ ਤੋਂ ਬਗਾਵਤ ਕਰ ਦੇਗਾ। ਠੀਕ, ਅਗਰ ਫਰਜ਼ ਕਰੋ ਇਹ ਸੂਰਤ ਨਹੀਂ ਹੈ, ਇੰਨੀ ਐਂਟਾਗੋਨਿਜ਼ਮ ਨਹੀਂ ਹੈਗੀ ਸੋਸਾਇਟੀ ਦੇ ਵਿੱਚ, ਤੇ ਫਿਰ ਵਾਇਲੈਂਸ ਯੂਜ਼ ਨਹੀਂ ਹੋਵੇਗਾ। ਮਤਲਬ ਹੜੱਪੇ ਸਿਵਲਾਈਜੇਸ਼ਨ ਦੇ ਵਿੱਚ, ਹੜੱਪੇ ਦੀ ਖੁਦਾਈਆਂ ਵਿੱਚ ਕਿਤੋਂ ਵੀ ਵੱਡੇ ਹਥਿਆਰ ਨਾ ਲੱਭਣ ਦਾ ਮਤਲਬ ਇਹ ਹੈ ਕਿ ਉਸ ਸਮਾਜ ਦੇ ਵਿੱਚ ਵਾਇਲੈਂਸ ਦੇ ਜ਼ਰੀਏ ਲੋਕਾਂ ਨੂੰ ਜਾਂ ਇੱਕ ਹਿੱਸੇ ਦਾ ਦੂਸਰੇ ਹਿੱਸੇ ਨੂੰ ਕਾਬੂ 'ਚ ਰੱਖਣ ਵਾਲਾ ਨਿਜ਼ਾਮ ਨਹੀਂ ਸੀ। ਤੇ ਜਦੋਂ ਵਾਇਲੈਂਸ ਆਈ, ਫਾਰ ਐਗਜ਼ਾਮਪਲ ਜਿੱਦਾਂ ਜੈਨ ਮਤ ਵਗੈਰਾ ਵੀ ਲਾ ਲਓ, ਜੇ ਵਾਇਲੈਂਸ ਆਈ ਤੇ ਉਹ ਉਹਨੂੰ ਕਾਊਂਟਰਐਕਟ ਨਹੀਂ ਕਰ ਸਕੇ। ਹਾਂ, ਉਹ ਇੱਕ ਦੂਸਰੀ ਗੱਲ ਹੈ ਕਿ ਉਹ ਜਿਹੜੀ ਅਮਰਜੀਤ ਦੀ ਗੱਲ ਹੈ ਨਾ, ਉਹਦੇ ਵਿੱਚ ਇਹ ਹੈ ਕਿ ਮਿਸਾਲ ਦੇ ਤੌਰ ਤੇ ਆਰੀਆ ਜਿਹੜੇ ਨੇ ਉਹਨਾਂ ਦੀ ਵਾਇਲੈਂਸ ਇਸ ਲਈ ਸਕਸੈਸਫੁਲ ਹੋਈ ਕਿ ਉਹਨਾਂ ਨੇ ਘੋੜਾ ਡੋਮੈਸਟੀਕੇਟ ਕਰ ਲਿਆ ਸੀ ਤੇ ਉਹ ਬਾਹੀਆਂ ਵਾਲੀ ਰੱਥਾਂ ਜਿਹੜੀਆਂ ਨੇ ਉਹ ਉਹਨਾਂ ਨੇ ਬਣਾ ਲਿਆ ਸਨ। ਲਿਹਾਜ਼ਾ ਉਹ ਜੇ ਸਪੀਡ ਦੇ ਨਾਲ ਮੂਵ ਕਰਦੇ ਸਨ, ਉਹਦੀ ਵਜ੍ਹਾ ਤੋਂ ਮੁਕਾਮੀ ਲੋਕ ਜਿਹੜੇ ਨੇ ਉਹ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇੱਥੇ ਮੈਂ ਤੁਹਾਨੂੰ ਕਿਤੇ
ਸ਼ਰਮਾ ਜੀ ਦੀ ਜਿਹੜੀ ਹੈ ਨਾ, ਜਿਹੜਾ ਸਭ ਤੋਂ ਵੱਡਾ ਮਿਡੀਵਲ ਪੀਰੀਅਡ ਦਾ ਹਿਸਟੋਰੀਅਨ ਆ SR ਸ਼ਰਮਾ, ਉਹਦੀ ਮੈਂ ਕੋਟ ਇਸੇ ਦਿੱਤਾ ਹੈ। ਉਹਨੇ ਕਿਹਾ ਹੈ ਕਿ ਜਿਹੜੀ ਘੋੜਾ ਤੇ ਰੱਥ ਸੀ, ਉਹਦੇ ਨਾਲ ਇਹ ਸਾਰਾ ਫਤਹ ਹੋਈ। ਸਰ ਇੱਕ ਗੱਲ ਦੱਸੋਗੇ, ਆਪਾਂ ਕਹਿੰਦੇ ਆ ਕਿ ਵੀ ਜਿਹੜਾ ਸੀਗਾ ਮੁਕਾਮੀ ਲੋਕਾਂ ਨੂੰ ਉਹਨਾਂ ਨੇ ਗੰਗਾ ਜਮਨਾ ਏਰੀਆ ਵੱਲ ਭੇਜਿਆ ਕਿ ਵੀ ਉੱਥੇ ਜਾ ਕੇ ਉਹ ਲੋਕ ਉਹਨੂੰ ਆਬਾਦ ਕਰਨ, ਰਾਈਟ? ਹਾਂਜੀ। ਪਰ ਦੈਟ ਮੀਨਸ ਕਿ ਉੱਥੇ ਮੈਜੋਰਿਟੀ ਉਹਨਾਂ ਦੀ ਸੀ, ਜਿਹੜੇ ਲੋਕ ਸਨ, ਜਿਹੜੇ ਮੁਕਾਮੀ ਲੋਕ ਸੀ, ਕਿਉਂਕਿ ਉਹਨਾਂ ਨੂੰ ਉੱਥੇ ਭੇਜਿਆ ਗਿਆ ਸਾਰਿਆਂ ਨੂੰ। ਤੇ ਮੇਰਾ ਆਪਣਾ ਇਹ ਖਿਆਲ ਹੈ ਕਿ ਜ਼ਿਆਦਾਤਰ ਲੋਕ ਜਿਹੜੇ ਮੁਕਾਮੀ ਨੇ, ਉਹਨਾਂ ਨੂੰ ਉੱਥੋਂ ਵੀ ਲਿਆ ਗਿਆ ਤੇ ਉਹਨਾਂ ਨੂੰ ਪੰਜਾਬ ਚੋਂ ਵੀ ਲੈ ਕੇ ਗਏ। ਨਹੀਂ, ਜਦ ਉੱਥੇ ਉਹ ਲੋਕ, ਉਹਨਾਂ ਦੀ ਜਦ ਉੱਥੇ ਕਾਈਂਡ ਆਫ ਮੈਜੋਰਿਟੀ ਸੀ, ਤੇ ਉਹਨਾਂ ਨੇ ਆਪਣਾ ਜਿਹੜਾ ਉਹਨਾਂ ਦਾ ਸੀਗਾ ਓਰੀਜਨਲ ਥਾਟ ਕਿਉਂ ਨਹੀਂ ਐਸਟੈਬਲਿਸ਼ ਕੀਤੀ ਉੱਥੇ? ਕਿੰਨਾ ਨੇ? ਆਹੀ ਮੁਕਾਮੀ ਲੋਕਾਂ ਨੇ। ਅਮੀ ਉੱਥੇ ਜਾ ਕੇ ਜਦ ਮੈਜੋਰਿਟੀ ਹੋ ਗਈ, ਦੇਖੋ ਜੇ ਕਿਉਂਕਿ ਜੇ ਉਹ ਮੁਕਾਮੀ ਲੋਕ, ਪਹਿਲੀ ਗੱਲ ਤੇ ਹੈ ਕਿ ਸਾਨੂੰ ਇਹ ਨਹੀਂ ਪਤਾ ਕਿ ਉਸ ਵੇਲੇ ਗੰਗਾ ਜਮਨਾ ਵੈਲੀ ਵਿੱਚ ਮੁਕਾਮੀ ਲੋਕਾਂ ਦੀ ਸੂਰਤ ਹਾਲ ਸਿਚੁਏਸ਼ਨ ਕੀ ਸੀ, ਕਿਉਂਕਿ ਵਜ੍ਹਾ ਇਹ ਹੈਗੀ ਹੈ ਕਿ ਉੱਥੇ ਜਿਹੜੇ ਜੰਗਲ, ਵੱਡੇ ਵੱਡੇ ਜੰਗਲ ਸਨ, ਉਹਨਾਂ ਦੀ ਵਜ੍ਹਾ ਤੋਂ ਉੱਥੇ ਐਗਰੀਕਲਚਰ ਤੇ ਪੈਦਾ ਨਹੀਂ ਹੋ ਸਕਿਆ। ਵੱਡੇ ਜੰਗਲਾਂ ਦੇ ਵਿੱਚ ਪਸ਼ੂ ਚਾਰਨਾ, ਯਾਨੀ ਡੰਗਰ ਪਾਲਣਾ ਵੀ ਆਲਮੋਸਟ ਇੰਪੋਸੀਬਲ ਹੁੰਦਾ ਹੈ। ਸੋ ਲਿਹਾਜ਼ਾ ਸਾਨੂੰ ਇਹ ਨਹੀਂ ਪਤਾ ਕਿ ਉਹਨਾਂ ਦੀ ਜਿਹੜੀ ਗਿਣਤੀ ਹੈ ਗੰਗਾ ਜਮਨਾ ਵੈਲੀ ਦੇ ਲੋਕਾਂ ਦੀ, ਉਹ ਕਿੰਨੀ ਕੁ ਵੱਡੀ ਸੀ, ਨੰਬਰ 1। ਔਰ ਨੰਬਰ 2, ਜੇ ਉੱਥੇ ਐਗਰੀਕਲਚਰ ਔਰ ਆਪਣਾ ਐਨੀਮਲ ਬਰੀਡਿੰਗ ਅਜੇ ਨਹੀਂ ਸੀ ਹੋ ਰਹੀ, ਤੇ ਫਿਰ ਉਹਨਾਂ ਦਾ ਉਹ ਜੰਗਲ, ਉਹ ਫੂਡ ਗੈਦਰਿੰਗ ਕਰਦੇ ਹੋਣਗੇ। ਤੇ ਜ਼ਾਹਰ ਗੱਲ ਹੈ ਕਿ ਜਿਹੜੇ ਲੋਕ ਫੂਡ ਗੈਦਰਿੰਗ ਦੀ ਸਟੇਜ ਤੇ ਨੇ, ਉਹਨਾਂ ਨੂੰ ਜਿਹੜੇ ਬਾਹਰੋਂ ਆਉਣ ਵਾਲੇ ਆਰੀਆ ਨੇ, ਉਹਨਾਂ ਲਈ ਆਸਾਨ ਹੈ ਉਹਨਾਂ ਨੂੰ ਫਤਹ ਕਰਨਾ। ਡਾਕਟਰ ਸਾਹਿਬ, ਇਹ ਵੀ ਮੇਰੀ ਗੱਲ ਹਾਲੇ ਵੀ ਉੱਥੇ ਹੀ ਆ ਕਿ ਜਿੱਦਾਂ ਮਲੋਹਾ ਵਾਲੇ ਲੋਕ ਸੀ, ਬਾਹਰ ਵੀ ਲੋਕਾਂ ਨਾਲ ਟ੍ਰੇਡਿੰਗ ਕਰਦੇ ਸੀ, ਦੁਨੀਆ ਦਾ ਪਤਾ ਸੀ ਉਹਨਾਂ ਨੂੰ, ਉਹ ਕਿਉਂ ਐਵੇਂ ਪੀਸ ਲਵਿੰਗ ਔਰ ਸ਼ਾਂਤੀ ਪਸੰਦ ਬਣ ਕੇ ਬੈਠੇ ਰਹੇ? ਔਰ ਜਦੋਂ ਕੋਈ ਵਿਪਤਾ ਪਈ ਤੇ ਫੋਰਸ ਦੇ ਨਾਲ ਕੋਈ ਐਨਕਾਊਂਟਰ ਨਹੀਂ ਕਰ ਸਕੇ, ਕਿਉਂ ਉਹ ਆਈਸੋਲੇਟਡ ਰਹੇ? ਦੇਖੋ, ਇਹਦੇ ਵਿੱਚ ਮੈਂ ਤੁਹਾਨੂੰ ਇਹ ਬਹੁਤ ਥਿਊਰੀ ਜਿਹੜੀ ਹੈ, ਇਹ ਬਹੁਤ ਸਾਰੇ ਹਿਸਟੋਰੀਅਨਸ ਨੇ ਇਹ ਥਿਊਰੀ ਲਿਖੀ ਹੈ, ਔਰ ਖਾਸ ਤੌਰ ਦੇ ਉੱਤੇ ਇਸ ਸਿਲਸਿਲੇ ਦੇ ਵਿੱਚ ਇਬਨ ਖਲਦੂਨ ਦੀ ਜਿਹੜੀ ਥਿਊਰੀ ਹੈ, ਉਹਨੂੰ ਤੁਸੀਂ ਜ਼ਿਹਨ ਵਿੱਚ ਲਿਆਓ। ਇਹ ਥਿਊਰੀ ਇਹ ਕਹਿੰਦੀ ਹੈ ਕਿ ਜਦੋਂ ਕੋਈ ਤਹਿਜ਼ੀਬ ਜਿਹੜੀ ਹੈ ਉਹ ਰਚ ਬਸ ਜਾਂਦੀ ਹੈ, ਉਹ ਅਮਨ ਨਾਲ ਰਹਿਣਾ ਸ਼ੁਰੂ ਕਰ ਦਿੰਦੀ ਹੈ, ਤੇ ਉਹਨਾਂ ਨੂੰ ਲੜਨ ਭਿੜਨ ਦੀ ਲੋੜ ਨਹੀਂ ਹੁੰਦੀ। ਇਹ ਉਹਨਾਂ ਦੀ ਕਮਜ਼ੋਰੀ ਬਣ ਜਾਂਦੀ ਹੈ, ਔਰ ਇਹ ਉਹਨਾਂ ਦੀ ਕਮਜ਼ੋਰੀ ਬਣ ਜਾਂਦੀ ਹੈ ਕਿ ਉਹ ਲੜਨ ਭਿੜਨ ਦੀ ਆਦਤ ਉਹਨਾਂ ਨੂੰ ਨਹੀਂ ਰਹਿੰਦੀ। ਤੇ ਇਸ ਸੂਰਤ ਦੇ ਵਿੱਚ ਬਾਹਰ ਦੇ ਜਿਹੜੇ ਲੜਨ ਭਿੜਨ ਵਾਲੇ ਕਬੀਲੇ ਨੇ, ਉਹ ਉਹਨਾਂ ਤੇ ਆ ਕੇ ਕਬਜ਼ਾ ਕਰ ਲੈਂਦੇ ਨੇ। ਉਹ ਜਿਹੜੇ ਲੜਨ ਭਿੜਨ ਵਾਲੇ ਕਬੀਲੇ ਨੇ, ਉਹ ਆ ਕੇ ਕਬਜ਼ਾ ਕਰਦੇ ਨੇ, ਤੇ ਫਿਰ ਕੁਝ ਅਰਸੇ ਦੇ ਵਿੱਚ ਉਹ ਵੀ ਉਹਨਾਂ ਵਗਰੀ ਹੋ ਜਾਂਦੇ ਨੇ ਜਿਹੜੇ ਲੋਕਲ ਹੁੰਦੇ ਨੇ। ਤੇ ਫਿਰ ਇਹ ਹੁੰਦਾ ਹੈ ਕਿ ਫਿਰ ਇੱਕ ਹੋਰ ਲੜਨ ਭਿੜਨ ਵਾਲਾ ਜਿਹੜਾ ਗਰੋਹ ਹੈ, ਸੱਥ ਹੈ, ਉਹ ਫਿਰ ਹਮਲਾ ਕਰਦੀ ਹੈ। ਯਾਨੀ ਮਤਲਬ ਜਿਹੜੇ ਲੜਨ ਭਿੜਨ ਵਾਲੇ, ਸਿਰਫ ਲੜਨ ਭਿੜਨ ਜਾਣਨ ਵਾਲੇ, ਜ਼ਿਆਦਾ ਲੜਨ ਭਿੜਨ ਜਾਣਨ ਵਾਲੇ ਜਿਹੜੇ ਨੇ, ਉਹ ਜਿਹੜੀ ਐਸਟੈਬਲਿਸ਼ ਐਡਵਾਂਸ ਸੁਸਾਇਟੀ ਦੇ ਉੱਤੇ ਕਬਜ਼ਾ ਕਰ ਸਕਦੇ ਨੇ। ਇਹ ਬਹੁਤ ਸਾਰੇ ਹਿਸਟੋਰੀਅਨਸ ਨੇ ਇਹ ਲਿਖਿਆ ਹੈ। ਤੇ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ, ਉਹਨੂੰ ਤੁਸੀਂ ਇੰਜ ਸੋਚਣ ਦੀ ਕੋਸ਼ਿਸ਼ ਕਰੋ ਕਿ ਇਹ ਨਹੀਂ ਹੈ ਕਿ ਦੇਖੋ ਨਾ, ਇਹ ਅਸੀਂ ਫੈਕਟ ਨੂੰ ਤਾਂ ਚੈਲੰਜ ਨਹੀਂ ਨਾ ਕਰਦੇ, ਫਿਨੋਮਨਾ ਨੂੰ ਚੈਲੰਜ ਨਹੀਂ ਨਾ ਕਰ ਸਕਦੇ। ਨਹੀਂ, ਹਾਂਜੀ, ਫਿਨੋਮਨਾ ਜਾਂ ਫੈਕਟ ਇਹ ਹੈਗਾ ਕਿ ਜੀ ਜਿਹੜੀ ਹੜੱਪਾ ਦੀ ਖੁਦਾਈਆਂ, ਉਹਨਾਂ ਚੋਂ ਵੱਡੇ ਹਥਿਆਰ ਨਹੀਂ ਲੱਭੇ। ਇਹ ਫੈਕਟ ਹੈ। ਠੀਕ ਹੈ ਜੀ। ਇਸ ਫੈਕਟ ਤੋਂ ਉੱਤੋਂ ਇਹ ਇਨਫਰੈਂਸ ਕੀਤਾ, ਮੈਂ ਹੁਣ ਬਿਲਕੁਲ ਲੌਜੀਕਲ ਤਰੀਕੇ ਨਾਲ ਚੱਲ ਰਿਹਾ, ਇਹ ਇਨਫਰੈਂਸ ਕੀਤਾ ਜਾਂਦਾ ਹੈ ਕਿ ਉੱਥੇ ਵਾਇਲੈਂਸ ਦਾ ਲੈਵਲ ਬਹੁਤ
ਉਸ ਤੇ ਵਾਇਲੈਂਸ ਦਾ ਲੈਵਲ ਬਹੁਤ ਥੱਲੇ ਸੀ। ਠੀਕ, ਹਾਂਜੀ ਹੁਣ ਅਸੀਂ ਇਸ ਚੀਜ਼ ਨੂੰ ਐਕਸਪਲੇਨ ਕਰਨਾ ਹੈ ਕਿ ਕਿਉਂ ਸੀ ਐਵੇਂ। ਇਹ ਨਹੀਂ ਕਿ ਅਸੀਂ ਕਹੀਏ ਕਿ ਜੀ ਉੱਥੇ ਜ਼ਰੂਰ ਹੋਵੇਗਾ, ਕਿਉਂਕਿ ਉਹਦੀ ਜਿਹੜੀ ਫੈਕਟਸ ਨੇ ਉਹ ਉਹਨਾਂ ਨੂੰ ਸਪੋਰਟ ਨਹੀਂ ਕਰਦੇ ਉਸ ਗੱਲ ਨੂੰ। ਹਾਂਜੀ ਮੇਰਾ ਖਿਆਲ ਹੈ ਡਾਕਟਰ ਸਾਹਿਬ ਇੱਥੇ ਅਸੀਂ ਜਦੋਂ ਪਹਿਲੀਆਂ ਕਲਾਸਾਂ ਹੋਈਆਂ ਸੀ ਉਦੋਂ ਵੀ ਅਸੀਂ ਇੱਥੇ ਬਹੁਤ ਬਹਿਸ ਕਰ ਚੁੱਕੇ ਹਾਂ। ਬਿਲਕੁਲ ਬਿਲਕੁਲ, ਅਸੀਂ ਤਾਂ ਕਰ ਚੁੱਕੇ ਹਾਂ ਨਾ, ਲੇਕਿਨ ਅੱਜ ਬਹਿਸ ਦੇ ਵਿੱਚ ਐਸੇ ਵੀ ਲੋਕ ਬਹੁਤ ਸ਼ਾਮਲ ਨੇ ਨਾ ਜਿਹੜੇ ਉਹਨਾਂ ਬਹਿਸਾਂ 'ਚ ਨਹੀਂ ਸੀ ਹੈ। ਚਲ ਠੀਕ ਠੀਕ, ਇਸ ਵਾਸਤੇ ਦੁਬਾਰਾ ਇੱਕ ਕੀਤੀ ਜਾ ਰਹੀ ਹੈ ਨਾ। ਤੁਸੀਂ ਸਹੀ ਕਹਿ ਰਹੇ ਹੋ ਖਾਲਸਾ ਸਾਹਿਬ। ਜੀ ਸਰ, ਜੀ ਜੀ। ਅਸੀਂ ਬਹੁਤ ਬਹਿਸ ਕੀਤੀ ਸੀ ਇਹਦੇ ਤੇ ਕਈ ਦਿਨ ਲੱਗੇ ਸਨ। ਅੱਛਾ ਜੀ, ਫਿਰ ਮੇਰਾ ਖਿਆਲ ਹੈ ਕੋਈ ਸਵਾਲ ਨਹੀਂ ਹੈਗਾ ਤੇ ਅਸੀਂ ਮੀਟਿੰਗ ਨੂੰ ਕਨਕਲੂਡ ਕਰੀਏ। ਤੇ ਅਮਰਜੀਤ ਜੀ ਤੁਸੀਂ ਰਿਕਾਰਡਿੰਗ ਬੰਦ ਕਰ ਦਿਓ।